ਅਧਿਆਇ ਦੂਸਰਾ ਸੁਕਰਾਤ ਦਾ ਜੀਵਨ। ਸੁਕਰਾਤ ਦਰਸ਼ਨ ਦੇ ਇਤਿਹਾਸ ਵਿੱਚ ਬਹੁਤ ਵਿਲੱਖਣ ਸ਼ਖਸੀਅਤ ਹੈ। ਇੱਕ ਬੰਨੇ ਤਾਂ ਉਹ ਸਾਰੇ ਉੱਤਰਕਾਲੀ ਦਾਰਸ਼ਨਿਕਾਂ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਹੈ, ਤਾਂ ਦੂਜੇ ਪਾਸੇ ਸਭ ਤੋਂ ਘੱਟ ਜਾਣਕਾਰੀ ਵੀ ਉਸੇ ਬਾਰੇ ਹੀ ਮਿਲਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੁਕਰਾਤ ਬਾਰੇ ਵਾਕਫੀ ਦਾ ਕੋਈ ਵੀ ਸਿੱਧਾ ਸਰੋਤ ਸਾਡੇ ਤੱਕ ਨਹੀਂ ਪਹੁੰਚਦਾ, ਅਰਥਾਤ ਉਸਨੇ ਆਪਣੇ ਬਾਰੇ ਜਾਂ ਆਪਣੀ ਦਾਰਸ਼ਨਿਕ ਪਹੁੰਚ ਬਾਰੇ ਕੁਝ ਵੀ ਨਹੀਂ ਲਿਖਿਆ। ਇਸ ਸੰਬੰਧ ਵਿੱਚ ਬਰਟ੍ਰੈਂਡ ਰਸਲ ਦਾ ਕਥਨ ਹੈ, ਬਹੁਤ ਸਾਰੇ ਐਸੇ ਲੋਕ ਹਨ ਜਿਨ੍ਹਾਂ ਬਾਰੇ ਸਾਨੂੰ ਪੱਕੀ ਤਰ੍ਹਾਂ ਬਹੁਤ ਘੱਟ ਪਤਾ ਹੈ। ਬਹੁਤ ਸਾਰੇ ਐਸੇ ਹਨ ਜਿਨ੍ਹਾਂ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ, ਪਰ ਸੁਕਰਾਤ ਦੇ ਸੰਬੰਧ ਵਿੱਚ ਇਹ ਤੈਅ ਹੀ ਨਹੀਂ ਕਰ ਪਾਉਂਦੇ ਕਿ ਅਸੀਂ ਉਸ ਬਾਰੇ ਬਹੁਤ ਕੁਝ ਜਾਣਦੇ ਹਾਂ ਜਾਂ ਕੁਝ ਵੀ ਨਹੀਂ ਜਾਣਦੇ। ਸੁਕਰਾਤ ਦੇ ਜੀਵਨ ਵਿੱਚ ਬਹੁਤ ਪ੍ਰਮਾਣਿਕਤਾ ਨਾਲ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਠਕ ਨੂੰ ਆਪਣਾ ਸੁਕਰਾਤ ਲੱਭਣਾ ਹੀ ਨਹੀਂ। ਸੁਕਰਾਤ ਦੇ ਤਿੰਨ ਸਮਕਾਲੀਆਂ ਦੀਆਂ ਲਿਖਤਾਂ ਵਿੱਚੋਂ ਉਹਨਾਂ ਦੇ ਨਜ਼ਰੀਏ ਅਨੁਸਾਰ ਦੇਖੇ ਅਤੇ ਪੇਸ਼ ਕੀਤੇ ਸੁਕਰਾਤ ਨੂੰ ਜਾਣੇ ਬਿਨਾਂ ਕੋਈ ਚਾਰਾ ਨਹੀਂ। ਸੁਕਰਾਤ ਦੇ ਦੋਸਤ ਅਤੇ ਚਿੰਤਨ ਵਿੱਚ ਸਾਂਝੇਦਾਰੀ ਰਹੇ ਪ੍ਰਸਿੱਧ ਯੂਨਾਨੀ ਲੇਖਕ ਅਰਿਸਤੋਫੈਨਸ ਦੇ ਹਾਸ ਨਾਟਕ ਕਲਾਉਡੀਅਸ ਦੇ ਮੁੱਖ ਪਾਤਰ ਕਿਤਰਾਈਡਸ ਨੂੰ ਕੁਝ ਲੋਕ ਸੁਕਰਾਤ ਤੋਂ ਪ੍ਰਭਾਵਿਤ ਪਾਤਰ ਕਹਿੰਦੇ ਹਨ। 423 ਈਸਾ ਪੂਰਵ ਲਿਖਿਆ ਤੇ ਮੰਚਿਤ ਹੋਇਆ ਇਹ ਨਾਟਕ ਦਿੱਖ ਤੇ ਵਿਹਾਰ ਦੇ ਪੱਖ ਤੋਂ ਸੁਕਰਾਤ ਨਾਲ ਮੇਲ ਖਾਂਦੇ ਕਿਰਦਾਰ ਤੇ ਆਧਾਰਿਤ ਹੈ। ਇਸ ਤੋਂ ਬਿਨਾਂ ਸੁਕਰਾਤ ਦੇ ਸ਼ਾਗਿਰਦ ਜੀਨੋਫੋਨ ਦੀਆਂ ਕਿਤਾਬਾਂ ਅਤੇ ਪਲੇਟੋ ਦੇ ਸੰਵਾਦ ਵਿੱਚ ਸੁਕਰਾਤ ਬਾਰੇ ਭਰਪੂਰ ਗੱਲਾਂ ਹੋਈਆਂ ਹਨ। ਇਹ ਵੱਖਰਾ ਪੱਖ ਹੈ ਕਿ ਇਹਨਾਂ ਚਿੰਤਕਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤੇ ਸੁਕਰਾਤ ਇਹਨਾਂ ਦੇ ਨਿੱਜੀ ਦ੍ਰਿਸ਼ਟੀਕੋਣ ਦਾ ਅਨੁਸਾਰ ਹੋਣ ਕਾਰਨ ਵਿਰੋਧਾਭਾਸੀ ਹੈ। ਸੁਕਰਾਤ ਸੰਬੰਧੀ ਜਾਣਕਾਰੀ ਦਾ ਆਲਮ ਇਹ ਹੈ ਕਿ ਮੌਤ ਤੋਂ ਪਹਿਲਾਂ ਉਸ ਉੱਪਰ ਚੱਲੇ ਮੁਕੱਦਮੇ ਅਤੇ ਮੌਤ ਦੀ ਤਰੀਕ ਅਨੁਸਾਰ ਉਹ 399 ਈਸਾ ਪੂਰਵ ਵਿੱਚ ਇਸ ਸੰਸਾਰ ਤੋਂ ਵਿਦਾ ਹੋਇਆ। ਪਲੇਟੋ ਦੇ ਸੰਵਾਦ ਐਪੋਲੋਜੀ ਵਿੱਚ ਦਿੱਤੇ ਹੋਏ ਵੇਰਵਿਆਂ ਅਨੁਸਾਰ ਉਸ ਮੌਤ ਸਮੇਤ 70 ਸਾਲ ਤੋਂ ਵਧੇਰੇ ਉਮਰ ਦਾ ਸੀ। ਇਸ ਲਿਹਾਜ਼ ਨਾਲ ਉਸਦਾ ਜਨਮ 479 ਈਸਾ ਪੂਰਵ ਵਿੱਚ ਬਣਦਾ ਹੈ। ਉਸ ਦੇ ਪਿਤਾ ਦਾ ਨਾਂ ਸੋਫਰੋਨੀਸਸ ਸੀ, ਜੋ ਐਥਨ ਦੇ ਦੱਖਣ ਵਿੱਚ ਇੱਕ ਬੁੱਤ ਘਾੜਾ ਸੀ ਤੇ ਆਪਣੀ ਪਤਨੀ ਫਿਨਾਰਿਟ ਨਾਲ ਰਹਿੰਦਾ ਸੀ। ਫਿਨਾਰਿਟ ਦਾਈ ਦਾ ਕੰਮ ਕਰਦੀ ਸੀ। ਇਸ ਦਾ ਹਵਾਲਾ ਜੀਨੋਫੋਨ ਦੀ ਕਿਤਾਬ ਕਨਵਰਸੇਸ਼ਨ ਆਫ ਸੁਕਰਾਤਸ ਵਿੱਚ ਵੀ ਆਉਂਦਾ ਹੈ। ਸੁਕਰਾਤ ਆਪਣੇ ਇੱਕ ਸ਼ਾਗਿਰਦ ਨਾਲ ਗੱਲਬਾਤ ਦੌਰਾਨ ਕਹਿੰਦਾ ਹੈ, ਜਿਵੇਂ ਮੇਰੀ ਮਾਂ ਬੱਚੇ ਪੈਦਾ ਕਰਨ ਵਿੱਚ ਔਰਤਾਂ ਦੀ ਮਦਦ ਕਰਦੀ ਹੈ, ਉਵੇਂ ਹੀ ਮੈਂ ਮਨੁੱਖ ਵਿੱਚ ਲੁਕੇ ਹੋਏ ਗਿਆਨ ਨੂੰ ਬਾਹਰ ਲਿਆਉਣ ਵਿੱਚ ਉਸਦਾ ਸਹਿਯੋਗ ਕਰਦਾ ਹਾਂ। ਜਿਵੇਂ ਜੰਮਣ ਪੀੜਾਂ ਦੁੱਖ ਦਿੰਦੀਆਂ ਹਨ, ਉਸੇ ਤਰ੍ਹਾਂ ਸੱਚ ਦਾ ਸਾਹਮਣਾ ਕਰਨਾ ਵੀ ਕਸ਼ਟਦਾਇਕ ਹੈ। ਨ੍ਹੇਰ ਵਿੱਚ ਰਹਿਣ ਗਿੱਜੀਆਂ ਅੱਖਾਂ ਜਿਵੇਂ ਰੋਸ਼ਨੀ ਵਿੱਚ ਦੇਖ ਨਹੀਂ ਸਕਦੀਆਂ, ਉਵੇਂ ਹੀ ਗਿਆਨਵਾਨ ਵਿਚਾਰ ਅਗਿਆਨੀ ਨੂੰ ਕੁਝ ਦੇਰ ਪਰੇਸ਼ਾਨ ਕਰਦੇ ਹਨ। ਸੁਕਰਾਤ ਨੇ ਆਪਣੇ ਪਿਤਾ ਕੋਲੋਂ ਬੁੱਤਸਾਜੀ ਵੀ ਸਿੱਖੀ ਤੇ ਇਹ ਵੀ ਧਾਰਨਾ ਹੈ ਕਿ ਐਥਨ ਦੇ ਪੁਰਾਣੇ ਕਿਲ੍ਹੇ ਐਕਰੋਪੋਲਿਸ ਵਿੱਚ 2 ਸਦੀ ਈਸਵੀ ਤੱਕ ਸਥਾਪਿਤ 3 ਅਜ਼ਮਤਾਂ ਦੀ ਮੂਰਤ ਉਸਨੇ ਹੀ ਘੜੀ ਸੀ। ਪਰ ਇਹ ਧਾਰਨਾ ਦੇ ਪ੍ਰਮਾਣ ਲਈ ਢੁਕਵੇਂ ਕਾਰਨ ਮੌਜੂਦ ਨਹੀਂ ਹਨ। ਪਲੇਟੋ ਨੇ ਕੁਝ ਸੰਵਾਦਾਂ ਵਿੱਚ ਸੁਕਰਾਤ ਨੂੰ ਇੱਕ ਪਾਤਰ ਬਣਾ ਕੇ ਸਿਮਰਤੀਆਂ ਦੇ ਆਧਾਰ ਤੇ ਉਸਦੇ ਵਿਹਾਰ ਨੂੰ ਲਿਖਿਆ। ਇਹ ਸੰਵਾਦ ਗਿਣਤੀ ਵਿੱਚ 30 ਦੇ ਆਸ-ਪਾਸ ਹਨ। ਇਹਨਾਂ ਸੰਵਾਦਾਂ ਵਿੱਚ ਸੁਕਰਾਤ ਦੇ ਕਿਰਦਾਰ ਦੀਆਂ ਵਿਸ਼ੇਸ਼ਤਾਵਾਂ ਵੀ ਉਜਾਗਰ ਕੀਤੀਆਂ ਨੇ ਤੇ ਨਾਲ ਹੀ ਉਸਦੀ ਦਾਰਸ਼ਨਿਕ ਬਿਰਤੀ ਨੂੰ ਹੋਰ ਪਾਤਰਾਂ ਤੇ ਪ੍ਰਸੰਗ ਵਿੱਚ ਪੇਸ਼ ਕੀਤਾ। ਇਹਨਾਂ ਸੰਵਾਦਾਂ ਵਿੱਚ ਸੁਕਰਾਤ ਦੇ ਜੀਵਨ ਦੇ ਵੇਰਵੇ ਵੀ ਪਲੇਟੋ ਨੇ ਕਈ ਥਾਈਂ ਪੇਸ਼ ਕੀਤੇ ਹਨ। ਸੁਕਰਾਤ ਦੀ ਬਾਅਦ ਵਾਲੀ ਜੀਵਨੀ ਦੇ ਲੇਖਕਾਂ ਨੂੰ ਇਹਨਾਂ ਵੇਰਵਿਆਂ ਤੇ ਯਕੀਨ ਕਰਨਾ ਹੀ ਪਿਆ ਹੈ। ਪਲੇਟੋ ਦੂਸਰਾ ਪੇਸ਼ ਸੁਕਰਾਤ ਦੇ ਕਿਰਦਾਰ ਦੀਆਂ ਕਈ ਸੀਮਾਵਾਂ ਵੀ ਹਨ। ਇਹਨਾਂ ਸੰਵਾਦਾਂ ਵਿਚਲਾ ਸੁਕਰਾਤ ਸਿਧਾਂਤਕ ਮਸਲਿਆਂ ਦੀ ਥਾਂ ਜ਼ਿੰਦਗੀ ਦੇ ਨੈਤਿਕ ਵਿਧਾਨ ਨਾਲ ਵਧੇਰੇ ਸੰਬੰਧਿਤ ਹੈ। ਜੀਨੋਫੋਨ ਦੇ ਵਾਰਤਾਲਾਪ ਵਿੱਚ ਸੁਕਰਾਤ ਦਾ ਬਿੰਬ ਐਸੇ ਚਿੰਤਕ ਵਾਲਾ ਹੈ ਜੋ ਧਰਮ, ਧਾਰਮਿਕਤਾ ਆਦਿ ਮੁੱਦਿਆਂ ਬਾਰੇ ਵਧੇਰੇ ਸਪਸ਼ਟਤਾ ਤੇ ਪਕਿਆਈ ਨਾਲ ਆਪਣੀ ਗੱਲ ਕਹਿੰਦਾ ਹੈ। ਜੀਨੋਫੋਨ ਉਸਨੂੰ ਛੋਟੇ-ਛੋਟੇ ਸਮੂਹਾਂ ਵਿੱਚ
ਆਪਣੇ ਜਿਗਵਾਸੂਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸ਼ੰਕਿਆ ਦਾ ਨਿਵਾਰਨ ਕਰਦਿਆਂ ਪੇਸ਼ ਕਰਦਾ ਹੈ। ਜੀਨੋਫੋਨ ਦੀਆਂ ਗੱਲਾਂ-ਬਾਤਾਂ ਵਿੱਚ ਸੁਕਰਾਤ ਦੇ ਜੀਵਨ ਬਾਰੇ ਜਾਣਕਾਰੀ ਨਹੀਂ ਮਿਲਦੀ। ਉਹ ਸੁਕਰਾਤ ਦੀ ਮੌਤ ਤੋਂ ਬਾਅਦ ਉਸ ਉੱਪਰ ਹੋਣ ਵਾਲੇ ਸਿਧਾਂਤਕ ਹਮਲਿਆਂ ਦੇ ਵਿਰੋਧ ਵਿੱਚ ਸੁਕਰਾਤ ਦੀ ਦਰਸ਼ਨ ਰੁਚੀ ਨੂੰ ਆਧਾਰ ਬਣਾ ਕੇ ਉਸਦੇ ਬਿੰਬ ਦੀ ਰਖਵਾਲੀ ਕਰਦਾ ਹੈ। ਇਸ ਦੇ ਮੁਕਾਬਲੇ ਪਲੇਟੋ ਨੇ ਆਪਣੇ ਸੰਵਾਦਾਂ ਵਿੱਚ ਸੁਕਰਾਤ ਦੇ ਕਿਰਦਾਰ ਦੇ ਮੂੰਹੋਂ ਵਾਰ-ਵਾਰ ਐਸੇ ਹਵਾਲੇ ਲਿਖਵਾਏ ਜੋ ਉਸਦੇ ਜੀਵਨ ਵੇਰਵੇ ਹਨ। ਪਲੇਟੋ ਆਪਣੀ ਜਾਚ ਸ਼ਕਤੀ ਨੂੰ ਵੀ ਸੁਕਰਾਤ ਦੇ ਜੀਵਨ ਬਾਰੇ ਹਵਾਲਿਆਂ ਦੀ ਪ੍ਰਮਾਣਿਕਤਾ ਲਈ ਵਰਤਦਾ ਹੈ। ਫੇਡੋ ਨਾਂ ਦੇ ਵਾਰਤਾਲਾਪ ਵਿੱਚ ਸੁਕਰਾਤ ਕਈ ਵਾਰ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਏਥਨਜ਼ ਦੀ ਫੌਜ ਵਿੱਚ ਸੈਨਿਕ ਰਿਹਾ ਤੇ ਉਸਨੂੰ ਕਈ ਲੜਾਈਆਂ ਵਿੱਚ ਭਾਗ ਲਿਆ। ਸੁਕਰਾਤ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਕਲਾ ਦੇ ਰਵਾਇਤੀ ਰੂਪਾਂ ਜਿਵੇਂ ਬੁੱਤਸਾਜੀ ਜਾਂ ਕਵਿਤਾ ਨਾਲ ਆਪਣਾ ਆਪਾ ਤਾਂ ਪ੍ਰਗਟ ਕੀਤਾ ਜਾ ਸਕਦਾ, ਪਰ ਇਸ ਤਰ੍ਹਾਂ ਗਿਆਨ ਦੇ ਅਗਾਂਹ ਵਿਕਾਸ ਦੀਆਂ ਕੋਈ ਸੰਭਾਵਨਾਵਾਂ ਉਸਨੂੰ ਨਹੀਂ ਦਿਸੀਆਂ। ਉਸ ਸਮੇਂ ਐਥਨਜ਼ ਵਿੱਚ ਐਸ਼ੀਲਸ ਨਾਂ ਦਾ ਮਹਾਨ ਕਵੀ ਰਹਿੰਦਾ ਸੀ। ਫਰਾਈਡਸ ਦੇ ਰੂਪ ਵਿੱਚ ਬਹੁਤ ਦੂਰੀ ਤੱਕ ਪ੍ਰਸਿੱਧੀ ਫੈਲਾਉਣ ਵਾਲਾ ਸ਼ਿਲਪਕਾਰ ਪੈਰੀਕਲੀਸ ਜੋ ਲੋਕਤੰਤਰੀ ਮੁੱਲਾਂ ਦਾ ਹਮਾਇਤੀ ਰਾਜਨੀਤੀਵਾਨ ਸੀ। ਇਹ ਸਾਰੇ ਇੱਕ ਸਮੂਹ ਵਿੱਚ ਜੁੜ ਕੇ ਬੈਠਦੇ ਤੇ ਲੋਕਾਂ ਦੇ ਸਾਹਮਣੇ ਹੀ ਕਈ ਮੁੱਦਿਆਂ ਤੇ ਵਿਚਾਰ ਕਰਦੇ। ਥਿਓਸੀਡਾਈਡਸ ਨਾਂ ਦਾ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਬੈਠਕਾਂ ਵਿੱਚ ਇਤਿਹਾਸ ਦੀਆਂ ਦਿਲਚਸਪ ਗੱਲਾਂ ਸੁਣਾਉਂਦਾ। ਇਹਨਾਂ ਬੈਠਕਾਂ ਵਿੱਚ ਸੁਨਹਿਰੀ ਘੁੰਗਰਾਲੇ ਬਾਲਾਂ ਤੇ ਨੀਲੀਆਂ ਅੱਖਾਂ ਵਾਲਾ ਇੱਕ ਸ਼ਾਨਦਾਰ ਨੌਜਵਾਨ ਏਕਰੀਨਸ ਵੀ ਅਕਸਰ ਆਉਂਦਾ ਸੀ। ਉਹ ਉਸ ਸਮੇਂ ਦਰਸ਼ਨ ਸ਼ਾਸਤਰ ਦਾ ਅਧਿਐਨ ਕਰ ਰਿਹਾ ਸੀ ਤੇ ਬਹੁਤ ਹੋਣਹਾਰ ਦਾਰਸ਼ਨਿਕ ਸੀ। ਸੁਕਰਾਤ ਦੀ ਸ਼ਖਸੀਅਤ ਉੱਪਰ ਏਕਰੀਨਸ ਦਾ ਬਹੁਤ ਪ੍ਰਭਾਵ ਪਿਆ। ਉਸਨੇ ਦੇਖਿਆ ਕਿ ਦਾਰਸ਼ਨਿਕ ਕਵੀ, ਸ਼ਿਲਪਕਾਰ, ਰਾਜਨੇਤਾ, ਇਤਿਹਾਸਕਾਰ ਨਾਲ ਇਕੱਲਾ ਹੀ ਬਹਿਸ ਕਰ ਸਕਦਾ ਹੈ। ਦਾਰਸ਼ਨਿਕ ਦੇ ਗਿਆਨ ਦੀ ਬਹੁਰੂਪਤਾ ਨੇ ਸੁਕਰਾਤ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਬਾਕੀ ਸਾਰੇ ਖੇਤਰਾਂ ਦੀ ਥਾਂ ਦਰਸ਼ਨ ਦਾ ਅਧਿਐਨ ਕਰਨ ਤੇ ਦਰਸ਼ਨ ਸ਼ਾਸਤਰੀ ਬਣ ਕੇ ਚਤੁਰਭਾ ਗਿਆਨ ਹਾਸਲ ਕਰਨ ਦਾ ਮਨ ਬਣਾਇਆ। ਸੁਕਰਾਤ ਦੇ ਇੱਕ ਸ਼ਾਗਿਰਦ ਕਲਾਈਸਸ ਨੇ ਉਸਦੀ ਮੌਤ ਤੋਂ ਫੌਰਨ ਬਾਅਦ ਉਸਦਾ ਇੱਕ ਬੁੱਤ ਤਰਾਸ਼ਿਆ ਸੀ। ਉਹ ਬੁੱਤ ਲੰਮਾ ਸਮਾਂ ਉਸਦੇ ਸ਼ਾਗਿਰਦਾਂ ਕੋਲ ਰਿਹਾ ਤੇ ਬਾਅਦ ਵਿੱਚ ਕਿਸੇ ਰੋਮਨ ਚਿੱਤਰਕਾਰ ਜੋ ਦਰਸ਼ਨ ਦੇ ਖੇਤਰ ਵਿੱਚ ਪਲੇਟੋ ਦੇ ਹਵਾਲੇ ਨਾਲ ਸੁਕਰਾਤ ਦੀਆਂ ਮਾਨਤਾਵਾਂ ਦਾ ਹਾਮੀ ਬਣਿਆ ਸੀ। ਉਸਨੇ ਉਸ ਬੁੱਤ ਦੇ ਆਧਾਰ ਤੇ ਸੁਕਰਾਤ ਦੀਆਂ ਕੁਝ ਤਸਵੀਰਾਂ ਬਣਾਈਆਂ। ਇਹਨਾਂ ਤਸਵੀਰਾਂ ਤੋਂ ਅਗਾਂਹ ਮੱਧਕਾਲ ਵਿੱਚ ਯੂਰਪ ਦੇ ਚਿੱਤਰਕਾਰਾਂ ਨੇ ਦਰਸ਼ਨ ਦੇ ਇਤਿਹਾਸ ਨੂੰ ਚਿੱਤਰ ਕਰਦਿਆਂ ਸੁਕਰਾਤ ਦੀ ਉਹੀ ਦਿੱਖ ਪੇਸ਼ ਕੀਤੀ। ਮਧਰੇ ਕੱਦ ਦਾ, ਥੋੜ੍ਹਾ ਜਿਹਾ ਝੁਕ ਕੇ ਤੁਰਨ ਵਾਲਾ ਮੋਟਾ ਬਜ਼ੁਰਗ, ਜਿਸ ਦੀਆਂ ਚੁੰਨੀਆਂ ਅੱਖਾਂ ਸਦਾ ਕਿਸੇ ਸੋਚਣੀ ਲਈ ਤਾੜੇ ਲੱਗੀਆਂ ਰਹਿੰਦੀਆਂ ਸਨ। ਸਿਰ ਦੇ ਵਧੇਰੇ ਹਿੱਸੇ ਤੋਂ ਉੱਡ ਚੁੱਕੇ ਬਾਲ, ਮੋਟਾ ਚੌੜਾ ਨੱਕ, ਤਣੇ ਹੋਏ ਭਰਵੱਟੇ ਉਸਦੀਆਂ ਕਈ ਟੁਕਾਂ ਸੁੰਦਰਤਾ ਦੀ ਅਸਲੀਅਤ ਬਾਰੇ ਹਨ ਜੋ ਪਲੇਟੋ ਦੇ ਸੰਵਾਦਾਂ ਵਿੱਚ ਉਹ ਬੋਲਦਾ ਹੈ। ਅਰਿਸਤੋਫੈਨਸ ਦੇ ਨਾਟਕ ਕਲਾਉਡਸ ਦਾ ਦਾਰਸ਼ਨਿਕ ਪਾਤਰ ਵੀ ਆਪਣੀ ਸਰੀਰਕ ਦਿੱਖ ਨੂੰ ਲੈ ਕੇ ਕਾਫ਼ੀ ਸੰਵੇਦਨਸ਼ੀਲ ਦਿਸਦਾ ਹੈ। ਇਸੇ ਨਾਟਕ ਦੇ ਇੱਕ ਦ੍ਰਿਸ਼ ਵਿੱਚ ਉਹ ਅਧਖੜ ਚਿੰਤਕ ਆਪਣੀ ਜਵਾਨ ਤੇ ਖੂਬਸੂਰਤ ਬੀਵੀ ਨਾਲ ਬਾਜ਼ਾਰ ਵਿੱਚ ਜਾ ਰਿਹਾ ਹੈ। ਇੱਕ ਦੁਕਾਨ ਤੇ ਕੁਝ ਸੁਰਾਹੀਆਂ ਪਈਆਂ ਦੇਖ ਕੇ ਉਹ ਦੁਕਾਨਦਾਰ ਨੂੰ ਕਹਿੰਦਾ ਹੈ, ਇਹਨਾਂ ਵਿੱਚੋਂ ਸਭ ਤੋਂ ਸੋਹਣੀ ਸੁਰਾਹੀ ਕਿਹੜੀ ਹੈ? ਦੁਕਾਨਦਾਰ ਸੁਰਾਹੀ ਚੱਕ ਕੇ ਫੜਾ ਦਿੰਦਾ ਹੈ। ਚਿੰਤਕ ਫਿਰ ਕਹਿੰਦਾ, ਤੇ ਸਭ ਤੋਂ ਕੀਮਤੀ ਕਿਹੜੀ ਹੈ? ਦੁਕਾਨਦਾਰ ਕੁਝ ਸੋਚ ਕੇ ਇੱਕ ਹੋਰ ਸੁਰਾਹੀ ਫੜਾਉਂਦਾ ਹੈ। ਚਿੰਤਕ ਨੇ ਫਿਰ ਇੱਕ ਸਵਾਲ ਪੁੱਛਿਆ, ਇਹ ਸਭ ਤੋਂ ਕੀਮਤੀ ਕਿਉਂ ਹੈ? ਦੁਕਾਨਦਾਰ ਨੇ ਕਿਹਾ, ਕਿਉਂਕਿ ਸਭ ਤੋਂ ਮਹਿੰਗੀ ਹੋਣਾ ਇਸਦਾ ਗੁਣ ਹੈ। ਚਿੰਤਕ ਨੇ ਗੁੱਸੇਖੋਰ ਬੀਵੀ ਵੱਲ ਮੂੰਹ ਕਰਕੇ ਕਿਹਾ, ਦੇਖੋ, ਸੁੰਦਰਤਾ ਨਾਲੋਂ ਗੁਣਵਾਨ ਹੋਣਾ ਵਧੇਰੇ ਕੀਮਤੀ ਹੈ। ਬਰਟ੍ਰੰਡ ਰਸਲ ਕਹਿੰਦਾ ਹੈ ਕਿ ਇਸ ਕਹਾਣੀ ਸੁਕਰਾਤ ਦੀ ਅਸਲ ਜ਼ਿੰਦਗੀ ਦੀ ਨਾ ਵੀ ਹੋਵੇ ਤਾਂ ਵੀ ਆਪਣੀ ਦਿੱਖ ਪ੍ਰਤੀ ਉਸਦੀ ਭਾਵਨਾ ਦੀ ਪੇਸ਼ਕਾਰੀ ਤਾਂ ਹੈ ਹੀ। ਐਸੀ ਸਰੀਰਕ ਦਿੱਖ ਦੇ ਬਾਵਜੂਦ ਉਹ ਆਕਰਸ਼ਕ ਸ਼ਖਸੀਅਤ ਦਾ ਮਾਲਕ ਸੀ, ਜਿਸਨੂੰ ਮਿਲਦਾ ਸੀ ਆਪਣੀ ਬੌਧਿਕਤਾ ਨਾਲ ਚਮਤਕਾਰੀ ਪ੍ਰਭਾਵ ਉਸ ਉੱਪਰ ਪਾ ਦਿੰਦਾ ਸੀ। ਲੋਕ ਉਸਨੂੰ ਮਿਲਣਾ ਤੇ ਉਸ ਨਾਲ ਗੱਲ ਕਰਨਾ ਪਸੰਦ ਕਰਦੇ ਸਨ। ਜੀਨੋਫੋਨ ਕਹਿੰਦਾ ਹੈ ਕਿ ਉਸ ਵਿੱਚ ਗਿਆਨ ਦਾ ਘਮੰਡ ਤਾਂ ਹਰਗਿਜ਼ ਵੀ ਨਹੀਂ ਸੀ। ਉਹ ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਗੌਰ ਨਾਲ ਸੁਣਦਾ। ਇੱਕ ਪਲ ਲਈ ਵੀ ਅਜਿਹਾ ਨਹੀਂ ਲੱਗਦਾ ਸੀ ਕਿ ਦੂਜੇ ਦੀ ਗੱਲ
ਸੁਣਦਿਆਂ ਉਸਨੂੰ ਆਪਣੇ ਦਿਮਾਗ ਦੇ ਬੂਹੇ ਬੰਦ ਕਰ ਲਏ ਹੋਣ ਜਾਂ ਅਗਲੇ ਦੇ ਵਿਚਾਰਾਂ ਵਿੱਚ ਉਸਨੂੰ ਕੋਈ ਰੁਚੀ ਨਾ ਹੋਵੇ। ਦੂਜੇ ਦੀ ਗੱਲ ਸੁਣਦਿਆਂ ਉਸਦੀਆਂ ਅੱਖਾਂ ਸੁੰਗੜ ਕੇ ਹੋਰ ਵੀ ਚੁੰਨੀਆਂ ਹੋ ਜਾਂਦੀਆਂ ਸਨ। ਮੱਥੇ ਦੀਆਂ ਤਿਉੜੀਆਂ ਡੂੰਘੀਆਂ ਹੁੰਦੀਆਂ ਤੇ ਉਹ ਵਿਚਾਰਾਂ ਨੂੰ ਮਹਿਸੂਸ ਕਰਕੇ ਆਪਣੇ ਮਸਤਕ ਵਿੱਚ ਉਤਾਰਦਾ ਜਾਂਦਾ। ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੋਂ ਤੇ ਇੱਜ਼ਤ ਦੇਣ ਦੀ ਭਾਵਨਾ ਹੀ ਸੁਕਰਾਤ ਨੂੰ ਵਿਲੱਖਣ ਬਣਾਉਂਦੀ ਹੈ। ਉਸਦੀ ਆਰੰਭਲੀ ਜ਼ਿੰਦਗੀ ਬਾਰੇ ਬਹੁਤ ਵੇਰਵੇ ਇਤਿਹਾਸ ਦੀ ਲੁਕਵੀਂ ਤਹਿ ਵਿੱਚ ਗੁੰਮ ਹਨ। ਪਲੇਟੋ ਸੁਕਰਾਤ ਤੋਂ 42 ਸਾਲ ਦੇ ਕਰੀਬ ਛੋਟਾ ਸੀ ਤੇ ਬਚਪਨ ਤੋਂ ਹੀ ਦਰਸ਼ਨ ਦੇ ਵਿਸ਼ੇ ਲਈ ਰੁਚੀ ਰੱਖਦਾ ਸੀ। ਉਸਦੇ ਬਹੁਤ ਸੰਵਾਦ ਸੁਕਰਾਤ ਦੇ ਦਾਰਸ਼ਨਿਕ ਸੂਤਰਾਂ ਤੇ ਵਿਆਖਿਆ ਵਾਂਗ ਹਨ। ਰਿਪਬਲਿਕ ਦੇ ਮੁੱਢਲੇ ਭਾਗ ਵਿੱਚ ਵਾਰਤਾਲਾਪ ਦੌਰਾਨ ਸੁਕਰਾਤ ਦਾ ਪਾਤਰ ਇਹ ਸੰਵਾਦ ਬੋਲਦਾ ਹੈ। ਮੈਨੂੰ ਇਹ ਮੰਨਣ ਵਿੱਚ ਕੋਈ ਉਜਰ ਨਹੀਂ ਕਿ ਮੈਂ ਦੂਜਿਆਂ ਕੋਲੋਂ ਸਦਾ ਕੁਝ ਸਿੱਖਦਾ ਹਾਂ, ਪਰ ਇਹ ਸੱਚ ਨਹੀਂ ਕਿ ਮੈਂ ਦੂਜਿਆਂ ਦਾ ਅਹਿਸਾਨ ਨਹੀਂ ਮੰਨਦਾ। ਹਾਂ, ਮੇਰੇ ਕੋਲ ਧਨ ਦੌਲਤ ਨਹੀਂ, ਇਸ ਲਈ ਬਸ ਸਿਰਫ ਪ੍ਰਸ਼ੰਸਾ ਤੇ ਸ਼ਲਾਘਾ ਕਰਕੇ ਹੀ ਆਭਾਰ ਪ੍ਰਗਟ ਕਰਦਾ ਹਾਂ। ਦੂਰ ਨਾ ਜਾਓ, ਮੇਰੀ ਗੱਲ ਦਾ ਸਮਰਥਨ ਹੁਣੇ ਹੋ ਜਾਂਦਾ ਹੈ। ਮੇਰਾ ਅਨੁਮਾਨ ਹੈ ਕਿ ਤੁਸੀਂ ਬਹੁਤ ਯੋਗ ਉੱਤਰ ਦੇਣ ਵਾਲੇ ਹੋ, ਤਾਂ ਤੁਸੀਂ ਦੇਖ ਲਓਗੇ ਕਿ ਮੈਂ ਜਿਸ ਤਰ੍ਹਾਂ ਹਰ ਯੋਗ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ, ਉਸੇ ਤਰ੍ਹਾਂ ਤੁਹਾਡੀ ਪ੍ਰਸ਼ੰਸਾ ਕਰਨ ਵਿੱਚ ਰਤੀ ਭਰ ਵੀ ਸੰਕੋਚ ਨਹੀਂ ਕਰਾਂਗਾ। ਥਰੇਸੀਮੈਕਸ ਨਾਲ ਇਹ ਵਾਰਤਾਲਾਪ ਸਾਬਿਤ ਕਰਦਾ ਹੈ ਕਿ ਸੁਕਰਾਤ ਆਪਣੇ ਤੋਂ ਸਾਹਮਣੇ ਵਾਲੇ ਦੀ ਗੱਲ ਸੁਣ ਕੇ ਉਸਦੀ ਸ਼ਲਾਘਾ ਕਰਨ ਵਿੱਚ ਕੰਜੂਸੀ ਨਹੀਂ ਕਰਦਾ। ਇਹ ਜ਼ਿਕਰ ਬਹੁਤ ਘੱਟ ਹੋਇਆ ਹੈ ਕਿ ਉਸਨੇ ਬਾਕਾਇਦਾ ਕਿਸੇ ਕੋਈ ਸਿੱਖਿਆ ਹਾਸਲ ਵੀ ਨਹੀਂ ਕੀਤੀ ਹੋਵੇ। ਜਿਸ ਤਰੀਕੇ ਨਾਲ ਉਸਨੇ ਆਪਣੇ ਤੋਂ ਪਹਿਲੇ ਸਾਰੇ ਦਾਰਸ਼ਨਿਕ ਪ੍ਰਸੰਗਾਂ ਨਾਲ ਆਲੋਚਨਾਤਮਕ ਸੰਵਾਦ ਰਚਾਇਆ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਡੂੰਘਾ ਅਧਿਐਨ ਕਰਨ ਵਾਲਾ ਚਿੰਤਕ ਸੀ। ਸੁਕਰਾਤ ਦੇ ਗ੍ਰਸਥ ਜੀਵਨ ਬਾਰੇ ਕੋਈ ਵੀ ਵਿਰੋਧਾਭਾਸੀ ਰਾਵਾਂ ਪ੍ਰਚਲਿਤ ਰਹੀਆਂ ਹਨ। ਉਸ ਦੀ ਪਤਨੀ ਦਾ ਨਾਂ ਜੈਨਥਿਪੀ ਸੀ ਤੇ ਉਹ ਸੁਕਰਾਤ ਤੋਂ ਉਮਰ ਵਿੱਚ ਕਾਫੀ ਛੋਟੀ ਸੀ। ਅਰਿਸਤੋਫੈਨਸ ਨੇ ਤਾਂ ਉਮਰ ਦਾ ਫਰਕ 40 ਸਾਲ ਦੇ ਆਸ-ਪਾਸ ਦੱਸਿਆ ਹੈ। ਉਸਦੇ 3 ਪੁੱਤਰ ਲੋਮਪ੍ਰੋਕਨੀਜ਼, ਸਾਫਰਾਨਿਕਸ ਅਤੇ ਮੈਨੀਜੀਨਸ ਸਨ। ਸੁਕਰਾਤ ਦੀ ਮੌਤ ਸਮੇਂ ਸਭ ਤੋਂ ਵੱਡਾ ਪੁੱਤਰ ਸੂਰਤ ਵਿੱਚ ਸੀ ਤੇ ਸਭ ਤੋਂ ਛੋਟਾ ਜੈਨਥਿਪੀ ਦੇ ਕੁੱਛੜ ਸੀ। ਡਚ ਚਿੱਤਰਕਾਰ ਸੇਈਜ਼ਰ ਬੋਬੀਅਸ ਨੇ 27ਵੀਂ ਸਦੀ ਵਿੱਚ ਸੁਕਰਾਤ ਦੇ ਜੀਵਨ ਨੂੰ ਤਸਵੀਰਾਂ ਵਿੱਚ ਚਿਤਰਿਆ। ਉਸ ਦੀ ਇੱਕ ਤਸਵੀਰ ਵਿੱਚ ਸੁਕਰਾਤ ਆਪਣੀ ਮੌਤ ਤੋਂ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿੱਚ ਆਪਣੇ ਸ਼ਾਗਿਰਦਾਂ ਵਿੱਚ ਕਿਰਿਆ ਪ੍ਰਵਚਨ ਦੇਣ ਵਿੱਚ ਮਗਨ ਹੈ ਤੇ ਪਿੱਛੇ ਜਿਹੇ ਜੈਨਥਿਪੀ ਇੱਕ ਬਾਲ ਨੂੰ ਕੁੱਛੜ ਚੁੱਕੀ ਪਰੇਸ਼ਾਨੀ ਨਾਲ ਦੇਖ ਰਹੀ ਹੈ। ਅਰਿਸਤੋਫੈਨਸ ਦੇ ਹਾਸ ਨਾਟਕ ਕਲਾਉਡੀਅਸ ਅਨੁਸਾਰ ਜੈਨਥਿਪੀ ਬਹੁਤ ਝਗੜਾਲੂ ਔਰਤ ਸੀ, ਜਿਸਨੂੰ ਆਪਣੇ ਵੱਡੀ ਉਮਰ ਦੇ ਦਾਰਸ਼ਨਿਕ ਪਤੀ ਦੇ ਹਰ ਵੇਲੇ ਚਿੰਤਨ ਮਗਨ ਰਹਿਣ ਤੋਂ ਚਿੜ ਸੀ। ਉਹ ਉਸਨੂੰ ਵਿਹਲਾ ਤੇ ਨਿਖੱਟੂ ਕਹਿੰਦੀ ਰਹਿੰਦੀ ਸੀ ਤੇ ਆਪਣੇ ਮੁਕੱਦਰਾਂ ਨੂੰ ਕੋਸਦੀ ਰਹਿੰਦੀ ਸੀ। ਪਰ ਪਲੇਟੋ ਨੇ ਕਿਤੇ ਵੀ ਜੈਨਥਿਪੀ ਦੇ ਕੁਰਖਤ ਸੁਭਾਅ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਜ਼ੀਨੋਫੋਨ ਨੇ ਜੈਨਥਿਪੀ ਨੂੰ ਪਤੀ ਦੀ ਮਕਬੂਲੀਅਤ ਤੇ ਮਾਣ ਕਰਨ ਵਾਲੀ ਸਹਿਯੋਗੀ ਔਰਤ ਵਜੋਂ ਹੀ ਪੇਸ਼ ਕੀਤਾ। ਇੱਕ ਹੋਰ ਧਾਰਨਾ ਅਨੁਸਾਰ ਸੁਕਰਾਤ ਦੀਆਂ 2 ਪਤਨੀਆਂ ਸਨ ਤੇ ਉਸਨੇ ਅਰਿਸਟੀਡੀਜ਼ ਦੀ ਪੁੱਤਰੀ ਮਾਈਟਰੋ ਨਾਲ ਵੀ ਵਿਆਹ ਕੀਤਾ ਸੀ। ਇਸ ਔਰਤ ਬਾਰੇ ਕਿਹਾ ਗਿਆ ਹੈ ਕਿ ਉਹ ਸੁਕਰਾਤ ਦੀ ਹਮ-ਉਮਰ ਤੇ ਸ਼ਾਂਤ ਸੁਭਾਅ ਵਾਲੀ ਸੀ। ਬੋਬੀਅਸ ਨੇ ਆਪਣੀ ਇੱਕ ਪੇਂਟਿੰਗ ਵਿੱਚ 2 ਤੀਵੀਆਂ ਵਿੱਚ ਸੁਕਰਾਤ ਦੀਆਂ 2 ਪਤਨੀਆਂ ਸੰਬੰਧੀ ਧਾਰਨਾ ਨੂੰ ਹੋਰ ਪੱਕਿਆ ਕੀਤਾ ਹੈ। ਕੁਝ ਆਲੋਚਕਾਂ ਨੇ ਜੈਨਥਿਪੀ ਦੇ ਕੌੜੇ ਸੁਭਾਅ ਦਾ ਕਾਰਨ ਸੁਕਰਾਤ ਦੇ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਨਿਰਲੇਪ ਰਹਿਣ ਨੂੰ ਮੰਨਿਆ। ਕਿਹਾ ਗਿਆ ਕਿ ਉਹ ਪਰਿਵਾਰ ਦੀ ਪਰਵਰਿਸ਼ ਕਈ ਯੋਗ ਧਨ ਕਮਾ ਸਕਣ ਦੇ ਅਯੋਗ ਸੀ। ਇਸ ਲਈ ਪਰਿਵਾਰ ਨੂੰ ਬੋਝ ਸਮਝਦਾ ਸੀ ਤੇ ਉਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਪਰ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਲੱਗਦੀ। ਫੇਡੋ ਨਾਮ ਦੇ ਸੰਵਾਦ ਵਿੱਚ ਪਲੇਟੋ ਨੇ ਲਿਖਿਆ ਕਿ ਜੈਨਥਿਪੀ ਤੇ ਉਸਦਾ ਪੁੱਤਰ ਸੁਕਰਾਤ ਦੀ ਮੌਤ ਤੇ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿੱਚ ਹੀ ਸਨ ਤੇ ਜੈਨਥਿਪੀ ਬਹੁਤ ਘਬਰਾਈ ਹੋਈ ਤੇ ਰੋ ਰਹੀ ਸੀ। ਉਸ ਨੇ ਸੁਕਰਾਤ ਨਾਲ ਕਾਫੀ ਲੰਮਾ ਸਮਾਂ ਬਤੀਤ ਕੀਤਾ ਅਤੇ ਸੁਕਰਾਤ ਨੇ ਆਪਣੇ ਵਿਸ਼ੇਸ਼ ਮਿੱਤਰ ਕ੍ਰੀਟੋ ਦੇ ਸਾਹਮਣੇ ਹੀ ਜੈਨਥਿਪੀ ਨੂੰ ਭਵਿੱਖ ਸੰਬੰਧੀ ਕੁਝ ਹਦਾਇਤਾਂ ਦਿੱਤੀਆਂ। ਪਰਿਵਾਰ ਦੇ ਸੰਬੰਧ ਵਿੱਚ ਧਾਰਨਾ ਬਣਾਉਣ ਲੱਗੇ ਵੱਖ-ਵੱਖ ਚਿੰਤਕਾਂ ਨੇ ਇਹਨਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਹਾਸ ਨਾਟਕ ਤੇ ਵੱਧ ਭਰੋਸਾ ਕੀਤਾ।
ਐਸੇ ਨਾਟਕ ਦੇ ਕਈ ਹੋਰ ਪ੍ਰਸੰਗ ਹਨ ਜਿਨ੍ਹਾਂ ਨੂੰ ਸੁਕਰਾਤ ਦੇ ਘਰੇਲੂ ਜੀਵਨ ਵਜੋਂ ਸਮਝਣ ਦੀ ਗਲਤੀ ਇਤਿਹਾਸ ਵਿੱਚ ਕੀਤੀ ਜਾਂਦੀ ਰਹੀ ਹੈ। ਇੱਕ ਘਟਨਾ ਵਿੱਚ ਉਹ ਆਪਣੇ ਸ਼ਾਗਿਰਦਾਂ ਨਾਲ ਘਰ ਪਰਤਦਾ ਹੈ ਤਾਂ ਗੁੱਸੇ ਵਿੱਚ ਲਾਖੀ ਹੁੰਦੀ ਉਸਦੀ ਬੀਵੀ ਉਸ ਉੱਪਰ ਪਾਣੀ ਪਾ ਦਿੰਦੀ ਹੈ। ਉਸ ਉਹ ਚਿੰਤਕ ਪਾਤਰ ਅੱਗੋਂ ਮਜ਼ਾਕੀਆ ਲਹਿਜੇ 'ਚ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਹੈ, ਸੁਣਿਆ ਸੀ ਕਿ ਜੋ ਬੱਦਲ ਗਰਜਦੇ ਨੇ ਉਹ ਵਰਸਦੇ ਨਹੀਂ, ਪਰ ਇਹ ਬੱਦਲ ਤਾਂ ਗਰਜਨ ਦੇ ਨਾਲ ਨਾਲ ਵਰਸ ਵੀ ਰਹੇ ਹਨ। ਬੋਥੀਅਸ ਦੀ ਇਸ ਪ੍ਰਸੰਗ ਬਾਰੇ ਬਣਾਈ ਪੇਂਟਿੰਗ ਵੀ ਸੰਸਾਰ ਪ੍ਰਸਿੱਧ ਰਹੀ ਤੇ ਉਸਨੇ ਸੁਕਰਾਤ ਦੇ ਪਰਿਵਾਰਿਕ ਜੀਵਨ ਬਾਰੇ ਮਿੱਥਾਂ ਨੂੰ ਦ੍ਰਿੜ ਕੀਤਾ। ਅਸਲ ਵਿੱਚ ਜਿਨ੍ਹਾਂ ਲਿਖਤਾਂ ਵਿੱਚ ਸੁਕਰਾਤ ਦੇ ਜੀਵਨ ਬਾਰੇ ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ, ਉਨ੍ਹਾਂ ਵਿੱਚ ਉਸਦੀ ਬੀਵੀ ਜੈਨਥਿਪੀ ਨੂੰ ਬਹੁਤ ਸਿਰ ਤੇ ਮੁਹੱਬਤ ਕਰਨ ਵਾਲੀ ਘਰੇਲੂ ਸੁਹਾਣੀ ਵਜੋਂ ਚਿਤਰਿਆ ਗਿਆ ਹੈ। ਪਲੇਟੋ ਦੇ ਕਿਸੇ ਵੀ ਵਾਰਤਾਲਾਪ ਵਿੱਚ ਜੈਨਥਿਪੀ ਦੇ ਵਿਹਾਰ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਹੈ। ਇਸ ਲਈ ਸੁਕਰਾਤ ਦੇ ਗ੍ਰਸਥ ਜੀਵਨ ਸੰਬੰਧੀ ਬਹੁਤ ਭੁਲਾਂਦਰੀਆਂ ਦਾ ਕਾਰਨ ਅਰਿਸਤੋਫੈਨਸ ਦਾ ਨਾਟਕ ਕਲਾਉਡੀਅਸ ਬਣਦਾ ਹੈ। ਸੁਕਰਾਤ ਦੇ ਦਰਸ਼ਨ ਵਿੱਚ ਮਨੁੱਖ ਦੇ ਕਾਰਜਾਂ ਅਤੇ ਵਿਚਾਰਾਂ ਦੀ ਏਕਤਾ ਉੱਪਰ ਬਹੁਤ ਬਲ ਦਿੱਤਾ ਗਿਆ ਹੈ। ਵੱਖ-ਵੱਖ ਸੰਵਾਦਾਂ ਵਿੱਚ ਬਾਰ-ਬਾਰ ਉਹ ਨੈਤਿਕਤਾ ਦੇ ਪ੍ਰਦਰਸ਼ਨ ਉੱਪਰ ਖਿੱਚਦਾ ਹੈ ਤੇ ਨੈਤਿਕ ਵਿਹਾਰ ਕਰਨ ਨੂੰ ਹੀ ਕਹਿੰਦਾ ਹੈ। ਫੈਡੋ ਸਿਰਲੇਖ ਵਾਲੇ ਸੰਵਾਦ ਵਿੱਚ ਸੁਕਰਾਤ ਕਹਿੰਦਾ ਹੈ ਕਿ ਦੇਸ਼-ਭਗਤੀ ਚਾਰ ਲੋਕਾਂ ਦੇ ਇਕੱਠ ਵਿੱਚ ਮੁੱਠੀਆਂ ਤਣ ਕੇ ਪ੍ਰਗਟਾਈ ਜਾਣ ਵਾਲੀ ਭਾਵਨਾ ਮਾਤਰ ਨਹੀਂ, ਇਹ ਐਸਾ ਜਜ਼ਬਾ ਹੈ ਜੋ ਸਮਾਂ ਆਉਣ ਤੇ ਯੁੱਧ ਭੂਮੀ ਵਿੱਚ ਕੁਰਬਾਨ ਹੋਣ ਦੀ ਹੱਦ ਤੱਕ ਲੈ ਜਾਂਦਾ ਹੈ, ਜੋ ਚੁੱਪਚਾਪ ਮਨ ਵਿੱਚ ਸਾਂਭਿਆ ਵੀ ਰਹਿੰਦਾ ਹੈ। ਸੁਕਰਾਤ ਨੇ ਇਸ ਵਿਚਾਰ ਦੀ ਅਸਲ ਲਈ ਆਪ ਐਥਨਜ਼ ਦੀ ਫੌਜੀ ਸੇਵਾ ਵਿੱਚ ਭਾਗ ਵੀ ਲਿਆ ਸੀ। ਪਲੇਟੋ ਉਸ ਦੀ ਫੌਜੀ ਨੌਕਰੀ ਦਾ ਜ਼ਿਕਰ ਬਾਰ-ਬਾਰ ਕਈ ਸੰਵਾਦਾਂ ਵਿੱਚ ਐਪੋਲੋਜੀ, ਸਿਪੋਸੀਅਮ ਅਤੇ ਚਾਰਮਿਡੀਜ਼ ਵਿੱਚ ਕਰਦਾ ਹੈ। ਪਲੇਟੋ ਦੇ ਹਵਾਲਿਆਂ ਦੇ ਨਾਲ ਹੀ ਉਸ ਦੌਰ ਦੀਆਂ ਇਤਿਹਾਸਿਕ ਘਟਨਾਵਾਂ ਵੀ ਸਾਬਿਤ ਕਰਦੀਆਂ ਹਨ ਕਿ ਸੁਕਰਾਤ ਦਾ ਯੁੱਗ ਐਥਨ ਦੀ ਅਸੀਮ ਤਰੱਕੀ ਦੇ ਨਾਲ-ਨਾਲ ਜੰਗੀ ਯੁੱਧਗਰਦੀਆਂ ਦਾ ਸਮਾਂ ਵੀ ਸੀ। 6ਵੀਂ ਸਦੀ ਈਸਾ ਪੂਰਵ ਤੋਂ ਹੀ ਐਥਨ ਅਤੇ ਸਪਾਰਟਾ ਨੇ ਵਿਕਾਸ ਅਤੇ ਸਹਿਯੋਗ ਲਈ ਸਾਂਝੀ ਸ਼ਾਸਨ ਵਿਵਸਥਾ ਅਪਣਾ ਲਈ ਸੀ। ਦੋਵਾਂ ਦੀ ਸਾਂਝੀ ਸੰਸਦ ਐਥਨ ਵਿੱਚ ਵੀ ਸੀ, ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਸੈਂਕੜੋਂ ਨੁਮਾਇੰਦੇ ਰਹਿੰਦੇ ਸਨ। ਇਹ ਨੁਮਾਇੰਦੇ ਮਿਲ ਕੇ ਹਰ ਮਸਲੇ ਤੇ ਇੱਕ ਰਾਏ ਕਾਇਮ ਕਰਦੇ ਸਨ, ਜਿਸ ਦੇ ਆਧਾਰ ਤੇ ਹੀ ਫੌਜੀ, ਸਿਵਲ ਅਤੇ ਪ੍ਰਸ਼ਾਸਨਿਕ ਫੈਸਲੇ ਕੀਤੇ ਜਾਂਦੇ ਸਨ। ਸੜਕਾਂ, ਇਮਾਰਤਾਂ, ਸਭਾਵਾਂ ਤੇ ਹੋਰ ਵਸਤਾਂ ਦੇ ਨਿਰਮਾਣ ਲਈ ਸੰਸਦ ਵੱਲੋਂ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਸਨ। ਇਹਨਾਂ ਨੁਮਾਇੰਦਿਆਂ ਵਿੱਚੋਂ ਇੱਕ ਹੀ ਪਹਿਲਾ ਨਾਗਰਿਕ ਚੁਣਿਆ ਜਾਂਦਾ ਸੀ, ਜੋ ਸੰਸਦ ਤੇ ਵਿਸ਼ਵਾਸ ਨਾਲ ਲੋਕਾਂ ਦੀ ਬਿਹਤਰੀ ਲਈ ਕਾਰਜ ਕਰਦਾ ਸੀ। ਫਾਰਸ ਨਾਲ ਹੋਏ ਦੋ ਯੁੱਧਾਂ ਨੇ ਐਥਨਜ਼ ਅਤੇ ਸਪਾਰਟਾ ਨੂੰ ਵੱਖ-ਵੱਖ ਕਰ ਦਿੱਤਾ ਸੀ। ਵੱਖ-ਵੱਖ ਹੀ ਨਹੀਂ ਕੀਤਾ, ਸਗੋਂ ਵਿਰੋਧੀ ਰਾਜ ਬਣਾ ਦਿੱਤਾ। ਸਪਾਰਟਾ ਵਿੱਚ ਮੁੜ ਤੋਂ ਰਾਜਸ਼ਾਹੀ ਸ਼ਾਸਨ ਪ੍ਰਬੰਧ ਕਾਇਮ ਹੋ ਗਿਆ। ਧਨੀ ਜਾਗੀਰਦਾਰਾਂ ਤੇ ਰਾਜਿਆਂ ਨੇ ਐਥਨਜ਼ ਦੇ ਲੋਕਤੰਤਰੀ ਤਰੀਕੇ ਨਾਲ ਸਦਾ ਖੁੰਦਕ ਵਾਲੇ ਵਤੀਰਾ ਧਾਰਨ ਕਰੀ ਰੱਖਿਆ। ਐਥਨਜ਼ ਵਿੱਚ ਵਿਸ਼ੇਸ਼ ਤੌਰ ਤੇ 445 ਈਸਾ ਪੂਰਵ ਤੋਂ 431 ਈਸਾ ਪੂਰਵ ਤੱਕ ਪੈਰੀਕਲੀਜ਼ ਦਾ ਸੁਨਹਿਰੀ ਸ਼ਾਸਨ ਯੁੱਗ ਰਿਹਾ। ਇਸ ਯੁੱਗ ਦੇ ਪੱਛਮੀ ਇਤਿਹਾਸਕਾਰ ਮਨੁੱਖੀ ਸੱਭਿਅਤਾ ਵਿੱਚ ਸੰਪੂਰਨਤਾ ਦਾ ਦੌਰ ਕਹਿੰਦੇ ਹਨ। ਇਸ ਕਾਲ ਤੋਂ ਪਹਿਲਾਂ ਐਥਨਜ਼ ਦੇ ਅਮੀਰਾਂ, ਜਿਨ੍ਹਾਂ ਨੂੰ ਸਪਾਰਟਾ ਦੇ ਰਾਜ ਘਰਾਣਿਆਂ ਦਾ ਸਹਿਯੋਗ ਹਾਸਲ ਸੀ, ਅਤੇ ਸਧਾਰਨ ਲੋਕਾਂ ਵਿੱਚ ਲੰਮਾ ਸੰਘਰਸ਼ ਚੱਲਿਆ। ਪੈਰੀਕਲੀਜ਼ ਹਰ ਸਾਲ ਐਥਨਜ਼ ਦਾ ਪਹਿਲਾ ਨਾਗਰਿਕ ਚੁਣਿਆ ਜਾਂਦਾ ਸੀ। ਉਹ ਬਿਨਾਂ ਕਿਸੇ ਵਿਤਕਰੇ ਤੇ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕਰਦਾ ਰਿਹਾ। ਉਸਦੇ ਕਾਰਜਕਾਲ ਵਿੱਚ ਐਥਨਜ਼ ਨੇ ਭਰਪੂਰ ਵਿਕਾਸ ਕੀਤਾ। ਉਸਦੇ ਦੌਰ ਵਿੱਚ ਸਾਹਿਤ, ਕਲਾ ਅਤੇ ਦਰਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਐਥਨਜ਼ ਪੁਰਾਣੇ ਯੂਨਾਨ ਦੇ ਇੱਕ ਅਹਿਮ ਬੌਧਿਕ ਕੇਂਦਰ ਵਜੋਂ ਸਥਾਪਿਤ ਹੋ ਗਿਆ। ਉਸ ਦੇ ਦੌਰ ਵਿੱਚ ਹੀ ਓਕਰੋਪੋਲਿਸ ਦੀ ਪਹਾੜੀ ਉੱਪਰ ਪਾਰਥੇਨੋਨ ਵਰਗੇ ਕੇਂਦਰ ਸਥਾਪਿਤ ਹੋਏ। ਇਸ ਵਿਕਾਸ ਦਾ ਦੂਸਰਾ ਅਸਰ ਦੇਖਣ ਨੂੰ ਮਿਲਿਆ। ਐਥਨਜ਼ ਦੇ ਵਿਕਾਸ ਤੋਂ ਖਿਝੇ ਸਪਾਰਟਾ ਤੇ ਹੋਰ ਰਾਜਸ਼ਾਹੀ ਰਾਜਾਂ ਨੂੰ ਫਿਕਰ ਹੋ ਗਿਆ ਕਿਤੇ ਉਨ੍ਹਾਂ ਦੀ ਜਨਤਾ ਵੀ ਲੋਕਤੰਤਰੀ ਤਰਜ਼ ਤੇ ਸ਼ਾਸਕ ਪ੍ਰਬੰਧ ਦੀ ਮੰਗ ਨਾ ਕਰਨ ਲੱਗੇ। ਦੂਜੇ ਪਾਸੇ ਐਥਨਜ਼ ਰਾਜ ਦੀ ਬਹੁਤੀ ਆਮਦਨ ਵਿਕਾਸ ਤੇ ਖਰਚੇ ਜਾਣ ਕਾਰਨ ਫੌਜੀ ਤੇ ਰੱਖਿਆ ਪੱਖ ਕਮਜ਼ੋਰ ਹੋ ਗਿਆ। ਇਸ ਦਾ ਨਤੀਜਾ ਸੀ ਕਿ ਸਪਾਰਟਾ ਨੇ ਰਹਿ ਕੇ ਐਥਨਜ਼ ਉੱਪਰ ਹਮਲੇ ਕੀਤੇ। ਇਹਨਾਂ ਹਮਲਿਆਂ ਦਾ ਸਾਹਮਣਾ ਕਰਨ ਲਈ ਐਥਨਜ਼ ਕੋਲ ਢੁਕਵੇਂ ਵਸੀਲੇ ਵੀ ਨਹੀਂ ਸਨ। ਫੌਜ ਦੀ ਸੀਮਿਤ ਗਿਣਤੀ ਕਾਰਨ ਪੈਰੀਕਲੀਜ਼ ਨੂੰ ਸਧਾਰਨ ਲੋਕਾਂ ਨੂੰ ਰਾਜੇ ਦੀ ਰਖਵਾਲੀ ਲਈ ਫੌਜੀਆਂ ਵਜੋਂ ਸੇਵਾ ਕਰਨ ਦੀ ਅਪੀਲ ਕੀਤੀ। 432 ਤੋਂ 431 ਈਸਾ ਪੂਰਵ ਦੀ ਜੰਗ
ਵਿੱਚ ਸੁਕਰਾਤ 46 ਸਾਲ ਦੀ ਉਮਰ ਵਿੱਚ ਫੌਜੀ ਦਸਤੇ ਦਾ ਹਿੱਸਾ ਬਣਿਆ। CW ਅਨੁਸਾਰ ਸੁਕਰਾਤ ਇੱਕ ਵਾਰ ਨਹੀਂ 3 ਵਾਰ ਯੁੱਧ ਮੋਰਚੇ ਤੇ ਗਿਆ। ਸਪਾਰਟਾ ਤੇ ਐਥਨ ਵਿਚਾਲੇ ਜੰਗ 30 ਸਾਲ ਤੱਕ ਜਾਰੀ ਰਹੀ। ਸੁਕਰਾਤ ਇੱਕ ਨਾਗਰਿਕ ਸਿਪਾਹੀ ਵਜੋਂ ਡੈਲੀਅਨ ਸਥਾਨਾਂ ਤੇ ਹੋਈਆਂ ਲੜਾਈਆਂ ਵਿੱਚ ਸ਼ਾਮਲ ਸੀ। ਪਲੇਟੋ ਸੁਕਰਾਤ ਦੀ ਬਹਾਦਰੀ ਦਾ ਜ਼ਿਕਰ ਕਰਦਾ ਲਿਖਦਾ ਹੈ ਕਿ ਉਹ ਆਪ ਤਾਂ ਬਹਾਦਰੀ ਨਾਲ ਲੜਿਆ ਹੀ, ਉਸਨੇ ਆਪਣੇ ਸਾਥੀਆਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ। ਪ੍ਰਸਿੱਧ ਯੂਨਾਨੀ ਕਵੀ ਵੀ ਸੁਕਰਾਤ ਦੇ ਸਾਥ ਵਿੱਚ ਹੀ ਡੇਲੀਅਨ ਦੀ ਲੜਾਈ ਦਾ ਲੜ ਰਿਹਾ ਸੀ। ਜਦੋਂ ਉਹ ਜ਼ਖਮੀ ਹੋ ਗਿਆ ਤਾਂ ਸੁਕਰਾਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਨੂੰ ਮੋਢੇ ਤੇ ਲੱਦ ਕੇ ਲੜਾਈ ਦੇ ਮੈਦਾਨ ਵਿੱਚੋਂ ਵਾਪਿਸ ਲਿਆਂਦਾ। ਵਾਪਿਸ ਵਿੱਚ ਉਸਨੇ ਇਹ ਬਹਾਦਰੀ ਬਾਰੇ ਕਵਿਤਾ ਵੀ ਲਿਖੀ। ਇਸ ਕਵਿਤਾ ਵਿੱਚ ਕਵੀ ਨੇ ਦੱਸਿਆ ਕਿ ਕਿਸ ਤਰ੍ਹਾਂ ਸੁਕਰਾਤ ਨੇ ਸਵੈ ਸੰਜਮ ਨਾਲ ਆਪਣੀਆਂ ਲੋੜਾਂ, ਭੁੱਖ ਪਿਆਸ, ਨੀਂਦ ਅਤੇ ਬਾਹਰੀ ਠੰਡ, ਬਰਫ਼, ਗਰਮੀ ਆਦਿ ਦਾ ਸਹਿਣ ਦੀ ਲਾਜਵ ਸਮਰੱਥਾ ਪੈਦਾ ਕੀਤੀ ਹੈ। ਲੈਂਚਿਜ ਨਾਂ ਦੇ ਸੰਵਾਦ ਵਿੱਚ ਜ਼ਿਕਰ ਹੈ ਕਿ ਸੁਕਰਾਤ ਨੇ ਇਸ ਤਰ੍ਹਾਂ ਇੱਕ ਵਾਰ ਜੀਨੋਫੋਨ ਦੀ ਵੀ ਜੰਗ ਵਿੱਚ ਸਹਾਇਤਾ ਕੀਤੀ, ਜਦੋਂ ਲੜਾਈ ਦੌਰਾਨ ਉਸਦਾ ਘੋੜਾ ਮਾਰਿਆ ਗਿਆ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਤੜਫ ਰਿਹਾ ਸੀ। ਉਸੇ ਕਵੀ ਨੇ ਤਾਂ ਜਨਰਲਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਉਸਨੇ ਦਿੱਤਾ ਜਾਣ ਵਾਲਾ ਬਹਾਦਰੀ ਦਾ ਤਮਗਾ ਸੁਕਰਾਤ ਨੂੰ ਦੇ ਦਿੱਤਾ ਜਾਵੇ, ਪਰ ਸੁਕਰਾਤ ਨੇ ਨਿਮਰਤਾ ਸਹਿਤ ਤਮਗਾ ਲੈਣ ਤੋਂ ਮਨਾ ਕਰ ਦਿੱਤਾ ਸੀ। ਸੁਕਰਾਤ ਦੇ ਜੀਵਨ ਦਾ ਇੱਕ ਮੁੱਖ ਪੱਖ ਉਸ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਪੱਖ ਸਿਰਫ ਗਿਆਨ ਨੂੰ ਲੈ ਕੇ ਸੁਕਰਾਤ ਦੇ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੈ, ਬਲਕਿ ਉਸਦੇ ਪਰਿਵਾਰਿਕ ਜੀਵਨ ਬਾਰੇ ਕਈ ਭਲਾਂਦਰੇ ਵੀ ਇਸ ਪੱਖ ਨਾਲ ਜੁੜੇ ਹੋਏ ਸਨ। ਕੁਝ ਲੇਖਕਾਂ, ਖਾਸ ਕਰਕੇ ਸੁਕਰਾਤ ਦੇ ਵਿਰੋਧੀਆਂ, ਨੇ ਇਹ ਸਵਾਲ ਉਠਾਇਆ ਕਿ ਉਸਦਾ ਕੰਮ ਨਾ ਕਰਨ ਤੇ ਹਰ ਸਮੇਂ ਚਿੰਤਨ ਵਿੱਚ ਮਗਨ ਰਹਿਣ ਤੇ ਉਸਦੇ ਪਰਿਵਾਰਿਕ ਜੀਵਨ ਦਾ ਕਾਰਨ ਸੀ। ਇਹ ਗੱਲ ਤਾਂ ਸਪਸ਼ਟ ਹੈ ਕਿ ਸੁਕਰਾਤ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੀ ਬੁੱਤਸਾਜੀ ਕੀਤੀ ਕਿੱਤੇ ਨੂੰ ਅਪਣਾਉਣਾ ਚਾਹਿਆ, ਪਰ ਉਸਦਾ ਸਿਰਜਣਸ਼ੀਲ ਮਨ ਇਹ ਕੰਮ ਵਿੱਚ ਪੂਰੀ ਤਰ੍ਹਾਂ ਨਹੀਂ ਖੁੱਭਿਆ। ਵਡੇਰੀ ਉਮਰ ਵਿੱਚ ਜਾ ਕੇ ਉਸਨੇ ਫੌਜੀ ਸੇਵਾਵਾਂ ਵੀ ਦਿੱਤੀਆਂ, ਪਰ ਇਹਨਾਂ ਸੇਵਾਵਾਂ ਦਾ ਉਦੇਸ਼ ਰੋਜੀ ਰੋਟੀ ਨਹੀਂ, ਸਗੋਂ ਆਪਣੇ ਰਾਜ ਦੀ ਰੱਖਿਆ ਕਰਨਾ ਸੀ। ਕੁਝ ਲੋਕਾਂ ਨੇ ਉਸ ਬਾਰੇ ਇਹ ਵੀ ਲਿਖਿਆ ਕਿ ਸੁਕਰਾਤ ਰੋਜੀ ਰੋਟੀ ਲਈ ਕੋਈ ਕੰਮ ਵੀ ਨਹੀਂ ਕਰਦਾ ਸੀ ਤੇ ਇੱਕ ਘੁਮੱਕੜ ਵਿਅਕਤੀ ਦਾ ਜੀਵਨ ਗੁਜ਼ਾਰਦਾ ਸੀ। ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਲੱਗਦੀ। ਰਿਪਬਲਿਕ ਦੇ ਇੱਕ ਸੰਵਾਦ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਗਿਆਨ ਚਿੰਤਨਸ਼ੀਲ ਹੋ ਕੇ ਵੀ ਅਰਜਿਤ ਕੀਤਾ ਜਾ ਸਕਦਾ ਹੈ, ਇਸ ਲਈ ਘੁਮੱਕੜੀ ਕੋਈ ਲਾਜ਼ਮੀ ਸ਼ਰਤ ਨਹੀਂ। ਉਹ ਅੱਗੇ ਕਹਿੰਦਾ ਹੈ ਕਿ ਫੌਜੀ ਮੁਹਿੰਮਾਂ ਜਾਂ ਫਿਰ ਇੱਕ ਵਾਰ ਖੇਡਾਂ ਦੇਖਣ ਤੋਂ ਬਿਨਾਂ ਉਹ ਘੱਟ ਹੀ ਐਥਨ ਤੋਂ ਬਾਹਰ ਗਿਆ। ਇਹ ਵੱਖਰੀ ਗੱਲ ਹੈ ਕਿ ਐਥਨ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਜਿਗਵਾਸੂਆਂ ਦੀ ਭਾਲ ਵਿੱਚ ਭਟਕਣਾ ਰਹਿੰਦੀ ਸੀ। ਅਰਿਸਤੋਫੈਨਸ ਨੇ ਆਪਣੇ ਨਾਟਕ ਵਿੱਚ ਜੋ ਕਿਰਦਾਰ ਪੇਸ਼ ਕੀਤਾ ਹੈ, ਉਹ ਵਿਦਿਆਰਥੀਆਂ ਨਾਲ ਹੋਣ ਵਾਲੀਆਂ ਦਾਰਸ਼ਨਿਕ ਰਚਨਾਵਾਂ ਤੇ ਗੋਸ਼ਟੀਆਂ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਉਂਦਾ ਹੈ। ਉਹ ਇੱਕ ਗਿਆਨਸ਼ਾਲਾ ਚਲਾਉਂਦਾ ਹੈ ਜਿੱਥੇ ਆਉਣ ਵਾਲੇ ਹਰ ਸਿੱਖਿਆਰਥੀ ਨੂੰ ਨਿਸ਼ਚਿਤ ਭੁਗਤਾਨ ਕਰਨਾ ਪੈਂਦਾ ਹੈ। ਪਲੇਟੋ ਤੇ ਜੀਨੋਫੋਨ ਨੇ ਇਸ ਗੱਲ ਨੂੰ ਰੱਦ ਕੀਤਾ ਹੈ। ਜੀਨੋਫੋਨ ਦੀ ਪੁਸਤਕ ਵਿੱਚ ਇੱਕ ਘਟਨਾ ਵਿੱਚ ਤਾਂ ਸੁਕਰਾਤ ਤੋਹਫ਼ਾ ਲੈ ਕੇ ਆਏ ਇੱਕ ਅਮੀਰ ਜਿਗਿਆਸੂ ਨੂੰ ਕਹਿੰਦਾ ਹੈ, ਆਪਣੀ ਭੇਟ ਪਾਸੇ ਕਰ ਤੇ ਸਵਾਲ ਲੈ ਕੇ ਸਾਹਮਣੇ ਆ, ਤਾਂ ਕਿ ਮੈਂ ਤੇਰੇ ਵਿਚਾਰਾਂ ਦੀ ਅੱਗ ਦੇਖ ਸਕਾਂ। ਮੈਂ ਦੇਖ ਸਕਾਂ ਕਿ ਤੂੰ ਖਿਆਲਾਂ ਪੱਖੋਂ ਅਮੀਰ ਹੈ ਜਾਂ ਦਿਮਾਗੀ ਗਰੀਬੀ ਨੂੰ ਕੰਜਣ ਲਈ ਇਹ ਤੋਹਫ਼ਾ ਲਿਆਇਆ ਹੈ। ਇਸ ਤੋਂ ਇਹ ਅੰਦਾਜ਼ਾ ਖੂਬ ਲਗਾਇਆ ਜਾ ਸਕਦਾ ਹੈ ਕਿ ਸੁਕਰਾਤ ਲਈ ਗਿਆਨ ਦੇ ਪੱਖ ਤੋਂ ਅਮੀਰੀ ਗਰੀਬੀ ਦੇ ਕੋਈ ਮਾਇਨੇ ਨਹੀਂ ਸਨ। ਇਸ ਨੂੰ ਕਾਰੋਬਾਰ ਬਣਾ ਕੇ ਵੇਚਣ ਦਾ ਤਾਂ ਸਵਾਲ ਹੀ ਕਿੱਥੇ ਹੈ। ਸਰੀਰਕ ਅਤੇ ਦਿੱਖ ਪੱਖੋਂ ਬੇਹੱਦ ਸਧਾਰਨ ਹੋਣ ਦੇ ਬਾਵਜੂਦ ਸੁਕਰਾਤ ਦੀ ਸ਼ਖਸੀਅਤ ਵਿੱਚ ਚੁੰਬਕੀ ਖਿੱਚ ਸੀ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਅਮੀਰੀ, ਸੱਤਾ ਅਤੇ ਸੁੰਦਰਤਾ ਦੇ ਮੁਕਾਬਲੇ ਗਿਆਨ ਦੇ ਸਿਰ ਅਸੀਸ ਪ੍ਰਸਿੱਧੀ ਮਿਲੀ। ਪਲੇਟੋ ਕਹਿੰਦਾ ਹੈ, ਦੇਖਣ ਵਿੱਚ ਸੁਕਰਾਤ ਜਿੰਨਾ ਕਰੂਪ ਸੀ, ਉਸਦੀ ਆਤਮਾ ਉਨੀ ਹੀ ਜ਼ਿਆਦਾ ਸੁੰਦਰ ਸੀ। ਨੌਜਵਾਨ ਮੁੰਡੇ ਉਸ ਦੀਆਂ ਗੱਲਾਂ ਦੇ ਖਿੱਚੇ ਪਿੱਛੇ ਆਉਂਦੇ। ਉਸਦੇ ਗਿਆਨ ਮੰਡਲ ਵਿੱਚ ਦਾਖਲੇ ਲਈ ਅਮੀਰ ਹੋਣਾ ਲਾਜ਼ਮੀ ਨਹੀਂ ਸੀ, ਬਲਕਿ ਜਿਗਿਆਸਾ ਹੀ ਕਿਸੇ ਵਿਦਿਆਰਥੀ ਦੀ ਮੁੱਢਲੀ ਯੋਗਤਾ ਸੀ। ਉਹ ਵਿਦਿਆਰਥੀਆਂ ਕੋਲੋਂ ਮੂੰਹ ਹੋ ਕੇ
ਧਿਆਨ ਨਾਲ ਗੱਲਾਂ ਸੁਣਨ ਦੀ ਆਸ ਨਹੀਂ ਸੀ ਕਰਦਾ, ਬਲਕਿ ਸਵਾਲ ਪੁੱਛਣ ਵਾਲੇ, ਸੰਵਾਦ ਰਚਾਉਣ ਵਾਲੇ ਤੇ ਉਸਦੀਆਂ ਗੱਲਾਂ ਦੇ ਮੋੜਵੇਂ ਉੱਤਰ ਦੇਣ ਵਾਲੇ ਸਿਖਿਆਰਥੀ ਉਸਦੇ ਚਹੇਤੇ ਸਨ। ਉਹ ਕਹਿੰਦਾ ਸੀ, ਤੁਹਾਡੇ ਸਵਾਲਾਂ ਦੀ ਸ਼ਾਨ ਤੇ ਮੈਂ ਆਪਣੀ ਬੁੱਧੀ ਦਾ ਚਾਕੂ ਤੇਜ਼ ਕਰਦਾ ਹਾਂ। ਤੁਹਾਡਾ ਮੈਨੂੰ ਰੱਦ ਕਰਨਾ ਮੇਰੀ ਸ਼ਕਲ ਨੂੰ ਸ਼ੀਸ਼ਾ ਦਿਖਾਉਣਾ ਹੈ। ਲੋਕ ਉਸਦੀ ਸ਼ਖਸੀ ਖਿੱਚਦੇ ਖਿੱਚੇ ਚਲੇ ਆਉਂਦੇ ਸਨ ਤਾਂ ਕਦੀ ਕਦੀ ਉਸਦੀਆਂ ਸੱਚੀਆਂ ਗੱਲਾਂ ਤੋਂ ਘਬਰਾ ਵੀ ਜਾਂਦੇ ਸਨ। ਪਲੇਟੋ ਦੇ ਮੇਨੋ ਸਿਰਲੇਖ ਵਾਲੇ ਸੰਵਾਦ ਵਿੱਚ ਇੱਕ ਨੌਜਵਾਨ ਮੇਨੋ ਸੁਕਰਾਤ ਸਾਹਮਣੇ ਆਪਣੀ ਭਾਵੁਕਤਾ ਪੇਸ਼ ਕਰਦਾ ਹੈ। ਉਹ ਆਪਣੇ ਨੌਕਰ ਤੇ ਦੋਸਤ ਦੀ ਹਾਜ਼ਰੀ ਵਿੱਚ ਨੇਕੀ ਤੇ ਇਸਦੇ ਮਹੱਤਵ ਬਾਰੇ ਸੁਕਰਾਤ ਨਾਲ ਸੰਵਾਦ ਕਰਦਾ ਹੈ। ਜਦੋਂ ਸੁਕਰਾਤ ਉਸਨੂੰ ਆਪਣੀਆਂ ਦਲੀਲਾਂ ਨਾਲ ਲਾਜਵਾਬ ਕਰਦਾ ਹੈ ਤਾਂ ਮੇਨੋ ਉਸਨੂੰ ਆਖਦਾ ਹੈ, ਹੇ ਸੁਕਰਾਤ, ਤੁਹਾਨੂੰ ਮਿਲਣ ਤੋਂ ਪਹਿਲਾਂ ਮੈਨੂੰ ਤੁਹਾਡੇ ਬਾਰੇ ਇਹੀ ਦੱਸਿਆ ਗਿਆ ਸੀ ਕਿ ਤੁਸੀਂ ਵਹਿਮ ਵਿੱਚ ਜਿਉਂਦੇ ਹੋ ਤੇ ਦੂਜਿਆਂ ਨੂੰ ਵੀ ਇਸ ਵਹਿਮ ਦਾ ਸ਼ਿਕਾਰ ਬਣਾਉਂਦੇ ਹੋ। ਹੁਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਸਮੋਹਿਤ ਕਰ ਰਹੇ ਹੋ ਤੇ ਮੈਂ ਪੂਰੀ ਤਰ੍ਹਾਂ ਤੁਹਾਡੇ ਜਾਦੂ ਦੇ ਅਸਰ ਹੇਠ ਆ ਗਿਆ ਹਾਂ। ਜੇਕਰ ਮੈਂ ਇਮਾਨਦਾਰੀ ਨਾਲ ਆਖਾਂ ਤਾਂ ਤੁਸੀਂ ਮੈਨੂੰ ਆਪਣੀ ਤਾਕਤ ਤੇ ਦਿੱਖ ਵਿੱਚ ਉਸ ਤਾਰਪੀਡੋ ਮੱਛੀ ਵਾਂਗ ਲੱਗਦੇ ਹੋ ਜੋ ਆਪਣੇ ਨੇੜੇ ਆਉਣ ਵਾਲੇ ਜਾਂ ਛੂਹਣ ਵਾਲੇ ਨੂੰ ਅਧਰੰਗ ਜਿਹਾ ਕਰ ਦਿੰਦੀ ਹੈ। ਮੇਰੀ ਆਤਮਾ ਤੇ ਮੇਰੀ ਜ਼ੁਬਾਨ ਅਧਰੰਗੇ ਹੋ ਗਏ ਹਨ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਹਾਡਾ ਉੱਤਰ ਕਿਵੇਂ ਦਿੱਤਾ ਜਾਵੇ। ਮੈਂ ਨੇਕੀ ਦੇ ਵਿਸ਼ੇ ਉੱਪਰ ਬਹੁਤ ਲੋਕਾਂ ਸਾਹਮਣੇ ਭਾਸ਼ਣ ਦਿੱਤੇ ਹਨ, ਪਰ ਤੁਹਾਡੇ ਸਾਹਮਣੇ ਮੈਨੂੰ ਕੁਝ ਸੁੱਝ ਹੀ ਨਹੀਂ ਰਿਹਾ। ਇਹ ਸਾਰਾ ਕੁਝ ਉਦੋਂ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਬਹੁਤ ਦੂਰ ਘੁੰਮੇ ਨਹੀਂ। ਜੇਕਰ ਤੁਸੀਂ ਐਥਨਜ਼ ਤੋਂ ਬਾਹਰ ਗਏ ਹੁੰਦੇ ਤਾਂ ਤੁਹਾਡਾ ਜਾਦੂ ਸਿਰ ਚੜ੍ਹ ਕੇ ਬੋਲਦਾ। ਇਸ ਤੋਂ ਸਿੱਧ ਹੁੰਦਾ ਹੈ ਕਿ ਸੁਕਰਾਤ ਕੋਲ ਗਿਆਨ ਅਤੇ ਚਿੰਤਨ ਦੀ ਅਬਾਹ ਪੂੰਜੀ ਸੀ। ਗਿਆਨ ਦੇ ਜਿਗਿਆਸੂ ਉਸਦੀਆਂ ਦਲੀਲਾਂ ਅਤੇ ਸਿਰੜ ਸਾਹਮਣੇ ਨਤਮਸਤਕ ਹੁੰਦੇ ਸਨ। ਸ਼ਿਪੋਜ਼ੀਅਮ ਸਿਰਲੇਖ ਵਾਲੇ ਸੰਵਾਦ ਵਿੱਚ ਐਲਕੀਬੀਆਡੀਜ਼ ਔਰਤ ਮਰਦ ਦੇ ਆਪਸੀ ਪ੍ਰੇਮ ਸੰਬੰਧੀ ਸੁਕਰਾਤ ਦੇ ਗਿਆਨ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਸੁਕਰਾਤ ਦੀ ਤੁਲਨਾ ਯੂਨਾਨੀ ਕਥਾਵਾਂ ਵਿੱਚ ਬੰਸਰੀ ਨਾਲ ਸਰੋਤਿਆਂ ਨੂੰ ਮੁਗਧ ਕਰ ਦੇਣ ਵਾਲੇ ਦੇਵਤੇ ਮਰਸਿਆਸ ਨਾਲ ਕਰ ਦਿੱਤੀ। ਉਸਨੇ ਕਿਹਾ ਕਿ ਮਰਸਿਆਸ ਤਾਂ ਆਪਣੇ ਸਾਹਾਂ ਨੂੰ ਬੰਸਰੀ ਵਿੱਚ ਫੂਕ ਕੇ ਸਰੋਤਿਆਂ ਉੱਪਰ ਜਾਦੂ ਧੂੜਦਾ ਹੈ, ਪਰ ਹੇ ਸੁਕਰਾਤ, ਤੈਨੂੰ ਸਾਜ਼ ਦੀ ਵੀ ਲੋੜ ਨਹੀਂ, ਤੇਰੇ ਕੋਲ ਸ਼ਬਦ ਹਨ। ਇਹ ਉਹੀ ਐਲਕੀਬੀਆਡੀਜ਼ ਹੈ ਜੋ ਐਥਨਜ਼ ਦੇ ਅਮੀਰ ਘਰਾਣੇ ਵਿੱਚ ਪੈਦਾ ਹੋਇਆ ਕਵੀ ਸੀ। ਉਹ ਸਿਆਸਤ ਵਿੱਚ ਰਾਜ ਦੇ ਸਿਖਰਲੇ ਅਹੁਦੇ ਤੱਕ ਪਹੁੰਚਿਆ ਸੀ। ਉਸਨੂੰ ਹੀ ਸੁਕਰਾਤ ਨੇ ਲੜਾਈ ਦੇ ਧਰਮ ਮੈਦਾਨ ਵਿੱਚੋਂ ਆਪਣੇ ਮੋਢੇ ਤੇ ਢੋ ਕੇ ਲਿਆਂਦਾ ਸੀ। ਉਹ ਸੁਕਰਾਤ ਦਾ ਪਰਮ ਮਿੱਤਰ ਸੀ। ਸੁਕਰਾਤ ਨੂੰ ਕੁਝ ਲੋਕਾਂ ਨੇ ਸੋਫਿਸਟ ਵੀ ਕਿਹਾ, ਪਰ ਉਸਨੂੰ ਇਸ ਪਦ ਨਾਲ ਨਫ਼ਰਤ ਹੀ ਹੱਦ ਤੱਕ ਘਿਰਣਾ ਸੀ। ਉਹ ਗਿਆਨ ਨੂੰ ਨਿਮਰਤਾ ਦਾ ਵਾਹਕ ਮੰਨਦਾ ਹੋਇਆ ਆਪਣੇ ਆਪ ਨੂੰ ਫਿਲਾਸਫਰ ਆਖਵਾ ਕੇ ਖੁਸ਼ ਰਹਿੰਦਾ ਸੀ। ਉਸਨੇ ਕਦੇ ਆਪਣੇ ਗਿਆਨ ਤੇ ਹੰਕਾਰ ਨਹੀਂ ਸੀ ਕੀਤਾ। ਇੱਕ ਵਾਰ ਸੁਕਰਾਤ ਦੇ ਲੰਗੋਟੀਏ ਮਿੱਤਰ ਸ਼ੈਰੀਫੋਨ ਨੇ ਡੈਲਫੀ ਦੀ ਪ੍ਰਸਿੱਧ ਨਜੂਮ ਔਰਤ ਪਾਈਥੀਆ ਕੋਲੋਂ ਪੁੱਛਿਆ, ਕੀ ਸੁਕਰਾਤ ਨਾਲੋਂ ਵੱਧ ਕੋਈ ਸਿਆਣਾ ਐਥਨਜ਼ ਵਿੱਚ ਹੈ? ਪਾਈਥੀਆ ਨੇ ਦੋ ਟੁਕ ਜਵਾਬ ਦਿੱਤਾ, ਹਰਗਿਜ਼ ਨਹੀਂ। ਜਦੋਂ ਸ਼ੈਰੀਫੋਨ ਨੇ ਇਹ ਗੱਲ ਸੁਕਰਾਤ ਨੂੰ ਦੱਸੀ ਤਾਂ ਉਹ ਹੱਸ ਪਿਆ ਤੇ ਕਹਿਣ ਲੱਗਾ, ਹਾਂ, ਮੈਂ ਸੱਚਮੁੱਚ ਉਹਨਾਂ ਨਾਲੋਂ ਜ਼ਿਆਦਾ ਸਿਆਣਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਕੁਝ ਮਾਰੇ ਮੈਨੂੰ ਕੱਖ ਵੀ ਨਹੀਂ ਪਤਾ। ਇਹੀ ਗੱਲ ਹੈ ਜੋ ਹੋਰ ਗਿਆਨੀਆਂ ਨੂੰ ਨਹੀਂ ਪਤਾ। ਇਸ ਤੋਂ ਬਾਅਦ ਉਸਨੇ ਆਪਣੇ ਗਿਆਨ ਦੀ ਪਰਖ ਲਈ ਐਥਨਜ਼ ਦੇ ਵੱਖ-ਵੱਖ ਵਿਅਕਤੀਆਂ ਨਾਲ ਸੰਵਾਦ ਕਰਕੇ ਕਈ ਪ੍ਰਯੋਗ ਕੀਤੇ। ਉਸਨੇ ਇੱਕ ਸਿਆਸਤਦਾਨ ਦੀ ਬੁੱਧੀ ਦੀ ਪਰਖ ਕੀਤੀ, ਕੁਝ ਕਵੀਆਂ ਨਾਲ ਲੰਮੇ ਸੰਵਾਦ ਕੀਤੇ ਅਤੇ ਸ਼ਿਲਪਕਾਰਾਂ ਦੇ ਗਿਆਨ ਨੂੰ ਸਮਝਿਆ। ਇਨ੍ਹਾਂ ਪ੍ਰਯੋਗ ਤੋਂ ਬਾਅਦ ਸੁਕਰਾਤ ਨੂੰ ਆਪਣੇ ਗਿਆਨ ਦੀ ਵਿਲੱਖਣਤਾ ਦਾ ਅਹਿਸਾਸ ਤਾਂ ਹੋਇਆ ਹੀ, ਉਸਦੇ ਦੁਸ਼ਮਣਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਵੀ ਹੋ ਗਿਆ। ਸੁਕਰਾਤ ਸੱਚਮੁੱਚ ਇੱਕ ਦਾਰਸ਼ਨਿਕ ਵਾਂਗ ਵਿਹਾਰ ਕਰਦਾ ਸੀ। ਉਸਦਾ ਪੱਕਾ ਯਕੀਨ ਸੀ ਕਿ ਮਨੁੱਖ ਦੀ ਸਭ ਤੋਂ ਵੱਡੀ ਸ਼ਕਤੀ ਦੂਜਿਆਂ ਨਾਲ ਕੀਤੀ ਗੱਲਬਾਤ ਹੀ ਹੈ। ਪਲੇਟੋ ਦੇ ਅਨੇਕ ਸੰਵਾਦਾਂ ਵਿੱਚ ਸੁਕਰਾਤ ਬਾਰ-ਬਾਰ ਇਹ ਗੱਲ ਕਹਿੰਦਾ ਹੈ ਕਿ ਗਿਆਨ ਵਿੱਚ ਸਥਾਈ ਕੁਝ ਨਹੀਂ ਹੁੰਦਾ, ਬਲਕਿ ਦਰਿਆ ਦੇ ਪਾਣੀ ਵਾਂਗ ਇਸਦਾ ਲਗਾਤਾਰ ਵਹਿੰਦੇ ਰਹਿਣਾ ਤੇ ਵਿਚਾਰਾਂ ਦਾ ਤਬਾਦਲਾ ਹੁੰਦੇ ਰਹਿਣਾ ਲਾਜ਼ਮੀ ਹੈ। ਇਹੀ ਕਾਰਨ ਹੈ ਕਿ ਉਸਨੇ ਰਵਾਇਤੀ ਦਾਰਸ਼ਨਿਕਾਂ ਵਾਂਗ ਪਹਾੜਾਂ, ਜੰਗਲਾਂ ਵਿੱਚ
ਜੰਗਲਾਂ ਵੱਲ ਰੁਖ ਨਹੀਂ ਕੀਤਾ, ਬਲਕਿ ਸਮਾਜ ਦੇ ਵੱਖ-ਵੱਖ ਅਨੁਭਵਾਂ ਨਾਲ ਲੋਕਾਂ ਦੀ ਤਲਾਸ਼ ਕੀਤੀ। ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਅਨੁਭਵਾਂ ਨੂੰ ਸਮਝ ਕੇ ਆਪਣੇ ਖਿਆਲ ਦਾ ਤਬਾਦਲਾ ਉਹਨਾਂ ਨਾਲ ਕੀਤਾ। ਉਸ ਦਾ ਕਹਿਣਾ ਸੀ ਕਿ ਮੈਂ ਕਦੇ ਖੇਤਾਂ ਤੇ ਜੰਗਲਾਂ ਵੱਲ ਜਾਣਾ ਪਸੰਦ ਨਹੀਂ ਕਰਦਾ, ਕਿਉਂਕਿ ਉੱਥੇ ਮੈਨੂੰ ਗੱਲਬਾਤ ਕਰਨ ਲਈ ਕੋਈ ਨਹੀਂ ਮਿਲਦਾ। ਸੁਕਰਾਤ ਐਥਨ ਦੀਆਂ ਗਲੀਆਂ ਵਿੱਚ ਨਿਕਲਦਾ, ਵਿਦਿਆਰਥੀ, ਸਿਪਾਹੀ, ਦੁਕਾਨਦਾਰ, ਵਪਾਰੀ, ਘਰੇਲੂ ਸੁਆਣੀਆਂ, ਮਜ਼ਦੂਰਾਂ, ਅਮੀਰਾਂ, ਕਲਾਕਾਰ, ਖਿਡਾਰੀਆਂ, ਫੌਜੀਆਂ, ਸਿਆਸਤਦਾਨਾਂ ਤੇ ਪ੍ਰਸ਼ਾਸਨਿਕਾਂ ਸਭ ਨਾਲ ਸੰਵਾਦ ਛੇੜਦਾ। ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਦਾ, ਸਮੱਸਿਆਵਾਂ ਦੇ ਕਾਰਨ ਸਮਝਦਾ ਤੇ ਸਮੱਸਿਆਵਾਂ ਬਾਰੇ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਦਿਆਂ ਸਮਾਜ ਦੇ ਵਿਭਿੰਨ ਵਰਗਾਂ ਦੇ ਮਾਨਸਿਕ ਪੱਧਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ। ਉਸ ਦੇ ਗੱਲਬਾਤ ਦੇ ਤਰੀਕੇ ਨੂੰ ਸੁਕਰਾਤਨੁਮਾ ਵਿਅੰਗ ਨਾਮ ਦਿੱਤਾ ਗਿਆ। ਉਹ ਹਮੇਸ਼ਾ ਆਪਣੇ ਅਗਿਆਨੀ ਹੋਣ ਦਾ ਆਭਾਸ ਸਾਹਮਣੇ ਵਾਲੇ ਨੂੰ ਕਰਾ ਕੇ ਉਸ ਦੀਆਂ ਵੱਧ ਤੋਂ ਵੱਧ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦਾ। ਕੁਝ ਲੋਕ ਇਸ ਨੂੰ ਸੁਕਰਾਤ ਦੀ ਪਖੰਡਪੂਰਨ ਸ਼ੈਲੀ ਵੀ ਕਹਿੰਦੇ ਹਨ, ਪਰ ਹੀਗਲ ਨੇ ਇਸ ਤਰੀਕੇ ਨੂੰ ਸੱਭਿਅਕ ਤਰੀਕੇ ਨਾਲ ਦੂਜਿਆਂ ਦੀ ਪੜਤਾਲ ਕਰਨ ਦੀ ਦਾਰਸ਼ਨਿਕ ਕਿਰਿਆ ਕਿਹਾ। ਉਹ ਕੁਦਰਤ ਤੋਂ ਵਧੇਰੇ ਮਹੱਤਵਪੂਰਨ ਸੀ। ਇਸ ਲਈ ਨੌਜਵਾਨਾਂ ਨਾਲ ਗੱਲ ਕਰਦਿਆਂ ਅਕਸਰ ਉਸ ਦੇ ਵਿਸ਼ੇ ਇਹੀ ਹੁੰਦੇ ਸਨ ਕਿ ਮਨੁੱਖੀ ਹੋਂਦ ਕੀ ਹੈ, ਜੀਵਨ ਕੈਸਾ ਜੀਣਾ ਚਾਹੀਦਾ ਹੈ, ਸਭ ਤੋਂ ਵਧੀਆ ਰਾਜ ਕੈਸਾ ਹੋਵੇ, ਧਰਮ ਤੇ ਸਦਾਚਾਰ ਕੀ ਹੈ, ਪਿਆਰ ਤੇ ਨੈਤਿਕਤਾ ਦਾ ਸੰਬੰਧ ਕੀ ਹੈ, ਆਤਮਾ ਕੀ ਹੈ, ਮੌਤ ਕੀ ਹੈ ਆਦਿ। ਉਸ ਦਾ ਪ੍ਰਸਿੱਧ ਵਾਕ ਆਪੇ ਨੂੰ ਜਾਣੋ ਸੀ। ਨੌਜਵਾਨਾਂ ਨਾਲ ਗੱਲ ਕਰਦਿਆਂ ਸੁਕਰਾਤ ਉਹਨਾਂ ਨੂੰ ਉਪਦੇਸ਼ ਦੇਣ ਦੀ ਥਾਂ ਉਹਨਾਂ ਦੀ ਸੰਵੇਦਨਾ ਨੂੰ ਟੁੰਬਦਾ ਸੀ। ਜੀਨੋਫੋਨ ਮੁਤਾਬਿਕ ਇੱਕ ਵਾਰਤਾਲਾਪ ਵਿੱਚ ਉਹ ਨੌਜਵਾਨਾਂ ਨੂੰ ਕਹਿੰਦਾ, ਮੈਂ ਆਪਣੀ ਸਾਰੀ ਉਮਰ ਆਪੇ ਨੂੰ ਟੋਲਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਆਪਣੇ ਆਤਮਾ ਦੀ ਪੂਰਨਤਾ ਲਈ ਵਧੇਰੇ ਯਤਨ ਕਰੋ। ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ, ਆਪਣੇ ਸਰੀਰ ਅਤੇ ਦੌਲਤ ਬਾਰੇ ਨਾ ਸੋਚੋ। ਸੁਕਰਾਤ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਹੁਣ ਤੱਕ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਉਪਜਾਊ ਦਿਮਾਗਾਂ ਵਿੱਚੋਂ ਇੱਕ ਸੀ। ਦਿਨ ਭਰ ਉਹ ਅਨੇਕ ਖਿਆਲਾਂ ਦੇ ਸਨਮੁਖ ਹੁੰਦਾ ਤੇ ਉਹਨਾਂ ਵਿਚਾਰਾਂ ਰਾਹੀਂ ਲੋਕਾਂ ਨਾਲ ਵਿਚਾਰ ਉਤੇਜਕ ਸੰਵਾਦ ਸਿਰਜਦਾ। ਇੰਨਾ ਹੀ ਨਹੀਂ, ਉਹ ਆਪਣੇ ਸੁਪਨਿਆਂ ਬਾਰੇ ਵੀ ਬਹੁਤ ਸੰਜੀਦਾ ਸੀ। ਦਿਨ ਭਰ ਚੱਲਣ ਵਾਲੇ ਵਿਚਾਰ ਰਾਤ ਨੂੰ ਸੁਪਨਾ ਬਣ ਕੇ ਉਸਦੇ ਦਿਮਾਗ ਵਿੱਚ ਆਉਂਦੇ। ਉਹ ਇਹਨਾਂ ਸੁਪਨਿਆਂ ਨੂੰ ਭਵਿੱਖ ਦੀਆਂ ਘਟਨਾਵਾਂ ਦੇ ਸੰਕੇਤਾਂ ਵਜੋਂ ਦੇਖਦਾ ਤੇ ਇਹਨਾਂ ਦੇ ਆਧਾਰ ਤੇ ਹੀ ਆਪਣੇ ਪ੍ਰਤੀਕਰਮ ਵਿਉਂਤਦਾ। ਪਲੇਟੋ ਦੇ ਵਰਣਨ ਅਨੁਸਾਰ ਉਹ ਸੁਕਰਾਤ ਨੂੰ ਆਪਣੇ ਚਾਚੇ ਚਾਰਮਿਡੀਜ਼ ਦੇ ਹਵਾਲੇ ਨਾਲ ਮਿਲਿਆ ਸੀ। ਜਿਸ ਦਿਨ ਪਲੇਟੋ ਸੁਕਰਾਤ ਨੂੰ ਪਹਿਲੀ ਵਾਰ ਮਿਲਿਆ ਸੀ ਤਾਂ ਉਸ ਤੋਂ ਪਹਿਲੀ ਰਾਤ ਸੁਕਰਾਤ ਨੂੰ ਇੱਕ ਸੁਪਨਾ ਆਇਆ ਸੀ। ਉਸਨੇ ਸੁਪਨੇ ਵਿੱਚ ਦੇਖਿਆ ਕਿ ਹੰਸ ਦਾ ਇੱਕ ਬੱਚਾ ਉਸਦੇ ਪੈਰਾਂ ਕੋਲ ਆਇਆ। ਦੇਖਦੇ ਦੇਖਦੇ ਉਸ ਦੇ ਸਰੀਰ ਦੇ ਖੰਭ ਉੱਗ ਆਏ ਤੇ ਉਹ ਮਿੱਠੇ ਗੀਤ ਗਾਉਂਦਾ ਹੋਇਆ ਦੂਰ ਅਸਮਾਨ ਵੱਲ ਉੱਡ ਗਿਆ। ਅਗਲੇ ਦਿਨ ਜਦ ਚਾਰਮਿਡੀਜ਼ ਆਪਣੇ ਨੌਜਵਾਨ ਭਤੀਜੇ ਨੂੰ ਸੁਕਰਾਤ ਸਾਹਮਣੇ ਲੈ ਕੇ ਆਇਆ ਤਾਂ ਸੁਕਰਾਤ ਸਮਝ ਗਿਆ ਕਿ ਇਹੀ ਹੰਸ ਦਾ ਉਹ ਬੱਚਾ ਹੈ ਜੋ ਰਾਤ ਸੁਪਨੇ ਵਿੱਚ ਉਸਦੇ ਆਇਆ ਸੀ। ਇਸ ਤੋਂ ਬਿਨਾਂ ਆਪਣੇ ਆਖਰੀ ਸਮੇਂ ਜਦੋਂ ਉਹ ਕਾਲ ਕੋਠੜੀ ਵਿੱਚ ਬੰਦ ਸੀ ਤਾਂ ਉਸਨੇ ਯੂਨਾਨੀ ਦੇਵਤਾ ਅਪੋਲੋ ਦੀ ਪ੍ਰਸ਼ੰਸਾ ਵਿੱਚ ਕੁਝ ਕਾਵਿ-ਬੰਧ ਲਿਖੇ ਤੇ ਇਸ ਦੀਆਂ ਪੁਰਾਤਨ ਕਹਾਣੀਆਂ ਨੂੰ ਵੀ ਕਵਿਤਾ ਵਿੱਚ ਪਰੋਇਆ। ਕਿਸੇ ਨੇ ਕਵਿਤਾ ਲਿਖਣ ਦਾ ਕਾਰਨ ਪੁੱਛਣ ਤੇ ਉਸਨੇ ਕਿਹਾ ਕਿ ਉਹ ਇਹ ਰਚਨਾ ਸੁਪਨੇ ਵਿੱਚ ਮਿਲੇ ਹੁਕਮਾਂ ਅਨੁਸਾਰ ਹੀ ਕਰ ਰਿਹਾ ਹੈ। ਮੌਤ ਤੋਂ 3 ਦਿਨ ਪਹਿਲਾਂ ਸਫੇਦ ਕੱਪੜੇ ਪਹਿਨੀ ਇੱਕ ਮੁਟਿਆਰ ਨੇ ਉਸਦੇ ਸੁਪਨੇ ਵਿੱਚ ਆ ਕੇ ਕਿਹਾ ਕਿ ਅੱਜ ਤੋਂ ਤੀਜੇ ਦਿਨ ਉਹ ਬਹੁਤ ਸੁੰਦਰ ਰਾਹ ਤੇ ਤੁਰੇਗਾ। ਤੀਸਰੇ ਦਿਨ ਸੁਕਰਾਤ ਮੌਤ ਦੇ ਰਸਤੇ ਤੁਰ ਪਿਆ ਸੀ। ਅਪੋਲੋ ਸੂਰਜ ਦੇਵਤਾ ਦਾ ਸੁਪਨਾ ਅਕਸਰ ਸੁਕਰਾਤ ਨੂੰ ਆਉਂਦਾ ਸੀ ਤੇ ਉਹ ਇਸਨੂੰ ਗਿਆਨ ਦੇ ਆਗਮਨ ਦਾ ਸ਼ੁਭ ਸੰਕੇਤ ਮੰਨਦਾ ਸੀ। ਵੱਧ ਤੋਂ ਵੱਧ ਗਿਆਨ ਦੀ ਭਾਲ ਦੀ ਰੁਚੀ ਨੇ ਸੁਕਰਾਤ ਨੂੰ ਆਪਣੀ ਵਿਲੱਖਣਤਾ ਦਾ ਅਹਿਸਾਸ ਕਰਾ ਦਿੱਤਾ ਸੀ। ਪਲੇਟੋ ਤੇ ਜੀਨੋਫੋਨ ਦੇ ਕਈ ਸੰਵਾਦਾਂ ਵਿੱਚ ਉਹ ਮਨੁੱਖ ਦੀ ਸਜਾਵਟ ਬਾਰੇ ਗੱਲ ਕਰਦਾ ਸੀ। ਉਸਦਾ ਵਿਚਾਰ ਸੀ ਕਿ ਸਰੀਰ ਦੀ ਸਫਾਈ ਦਾ ਸਜਾਵਟ ਨਾਲ ਕੋਈ ਸੰਬੰਧ ਨਹੀਂ। ਮੇਨੋ ਦੇ ਸੰਵਾਦ ਵਿੱਚ ਉਹ ਆਪਣੇ ਦੋਸਤਾਂ ਕੋਲੋਂ ਪੁੱਛਦਾ ਹੈ ਕਿ ਜਿਵੇਂ ਤਨ ਦੇ ਗਹਿਣੇ ਕੱਪੜੇ ਤੇ ਧਾਤਾਂ ਹਨ, ਉਹ ਰੂਹ ਦਾ ਗਹਿਣਾ ਕੀ ਹੈ? ਜਵਾਬ ਨਾ ਮਿਲਣ ਤੇ ਆਪ ਹੀ ਕਹਿੰਦਾ ਕਿ ਰੂਹ ਦਾ ਗਹਿਣਾ ਨੇਕੀ ਦੇ ਵਿਚਾਰ ਹਨ। ਉਸਨੇ ਨੇਕੀ ਦੇ ਵਿਚਾਰ ਧਾਰਨ ਕਰ ਲਏ ਸਨ। ਇਸ ਲਈ ਪਲੇਟੋ ਤੇ ਜੀਨੋਫੋਨ ਦੇ ਸੰਵਾਦਾਂ ਦਾ ਪਾਤਰ ਸੁਕਰਾਤ ਕੱਪੜਿਆਂ ਨੂੰ ਲੈ ਕੇ ਵਿਸ਼ੇਸ਼ ਤਰ੍ਹਾਂ ਦੀ ਉਪਰਾਮਤਾ ਧਾਰਨ ਕਰੀ ਰੱਖਦਾ ਸੀ। ਐਥਨਜ਼ ਦੀਆਂ
ਗਲੀਆਂ ਵਿੱਚ, ਦੁਕਾਨਾਂ ਤੇ, ਚਬੂਤਰਿਆਂ ਜਾਂ ਮੰਦਰਾਂ ਦੀਆਂ ਛੱਤਾਂ ਹੇਠਾਂ ਇੱਕ ਗਿੱਠਾ ਜਿਹਾ ਬਜ਼ੁਰਗ ਦਿਨ ਰਾਤ ਘੁੰਮਦਾ ਰਹਿੰਦਾ ਸੀ। ਉਸਦਾ ਪਹਿਰਾਵਾ ਬਹੁਤ ਖਾਸ ਤਰ੍ਹਾਂ ਦਾ ਸੀ। ਨਾਲ ਸਿਆਲ ਉਹ ਪਤਲਾ ਜਿਹਾ ਕਾਲਾ ਚੋਗਾ ਪਾਈ ਰੱਖਦਾ ਸੀ ਤੇ ਨੰਗੇ ਪੈਰੀ ਇੱਧਰ ਉੱਧਰ ਭਟਕਦਾ ਰਹਿੰਦਾ। ਸਿਰੋਂ ਗੰਜਾ, ਵੱਡਾ ਸਾਰਾ ਗੋਲ ਚਿਹਰਾ, ਚੌੜੀਆਂ ਨਾਸਾਂ ਤੇ ਬਾਹਰ ਵੱਲ ਉਭਰੀਆਂ ਦੋ ਚੌਕਸ ਅੱਖਾਂ ਜੋ ਉਹ ਗੋਲ ਗੋਲ ਘੁਮਾਉਂਦਾ ਰਹਿੰਦਾ ਸੀ। ਕੁੱਲ ਮਿਲਾ ਕੇ ਇਹ ਇੱਕ ਰੂਪ ਬੜਾ ਬਦਸੂਰਤ ਤੇ ਕਿਸੇ ਵੰਨ-ਵਾਨਸ ਜਿਹਾ ਸੀ। ਬੇਮਕਸਦ ਟੇਢੀ ਜਿਹੀ ਚਾਲ ਉਸਦੀ ਵਿਲੱਖਣਤਾ ਵਿੱਚ ਵਾਧਾ ਕਰਦੀ ਸੀ। ਸਾਰਾ ਵਕਤ ਲੋਕਾਂ ਨਾਲ ਸੰਵਾਦ ਵਿੱਚ ਜਾ ਕੇ ਸਵੈ ਨਾਲ ਵਿਚਾਰ ਮਗਨ ਰਹਿਣ ਕਾਰਨ ਉਸਨੇ ਆਪਣੇ ਨਿੱਜੀ ਕਾਰਜਾਂ ਵਿੱਚ ਘੱਟ ਤੋਂ ਘੱਟ ਦਿਲਚਸਪੀ ਲਈ। ਉਸਨੇ ਦੌਲਤ ਦੀ ਇੱਛਾ ਵਿੱਚ ਕੋਈ ਮੱਠ ਜਾਂ ਗਿਆਨ ਦੀ ਸੰਸਥਾ ਵੀ ਸਥਾਪਿਤ ਨਹੀਂ ਕੀਤੀ, ਜੈਸਾ ਕਿ ਉਸ ਸਮੇਂ ਆਮ ਤੌਰ ਤੇ ਸੋਫਿਸਟ ਚਿੰਤਕ ਕਰਿਆ ਕਰਦੇ ਸਨ। ਇਸ ਲਈ ਉਸ ਕੋਲ ਵੰਜਵੀਂ ਕਿਸੇ ਆਮਦਨ ਦੀ ਸਾਰੀ ਉਮਰ ਅਣਹੋਂਦ ਹੀ ਰਹੀ। ਭਾਵੇਂ ਪਲੇਟੋ ਤੇ ਸੁਕਰਾਤ ਨੇ ਅਰਿਸਤੋਫੇਨਸ ਵਾਂਗ ਉਸਨੂੰ ਘਰੇਲੂ ਕਲੇਸ਼ ਤੋਂ ਪੀੜਿਤ ਨਹੀਂ ਦਿਖਾਇਆ, ਤਾਂ ਵੀ ਇਹ ਸੁਭਾਵਿਕ ਲੱਗਦਾ ਹੈ ਕਿ ਉਮਰ ਵਿੱਚ ਬਹੁਤ ਛੋਟੀ ਉਸਦੀ ਪਤਨੀ ਅਜਿਹੇ ਆਰਥਿਕ ਹਾਲਾਤ ਵਿੱਚ ਕਦੇ-ਕਦਾਈਂ ਤਾਂ ਤੈਸ਼ ਵਿੱਚ ਆ ਹੀ ਜਾਂਦੀ ਹੋਵੇਗੀ। ਸੁਪਨਿਆਂ ਦੇ ਨਾਲ-ਨਾਲ ਸੁਕਰਾਤ ਬਾਰੇ ਇੱਕ ਗੱਲ ਜੋ ਬਹੁਤ ਮਸ਼ਹੂਰ ਹੈ, ਉਹ ਹੈ ਉਸਦੀ ਜਾਗਦਿਆਂ ਖਿਆਲਾਂ ਵਿੱਚ ਗਵਾਚ ਜਾਣ ਦੀ ਰੁਚੀ। ਪਲੇਟੋ ਸੁਕਰਾਤ ਦੀ ਇਸ ਆਦਤ ਬਾਰੇ ਕਈ ਸੰਵਾਦਾਂ ਵਿੱਚ ਜ਼ਿਕਰ ਕਰਦਾ ਹੈ। ਉਹ ਸਾਹਮਣੇ ਵਾਲੇ ਨਾਲ ਗੱਲ ਕਰਦਿਆਂ ਉਸਦੇ ਸਵਾਲਾਂ ਦਾ ਸਨਮਾਨ ਵੀ ਕਰਦਾ ਹੈ ਤੇ ਗੌਰ ਨਾਲ ਸੁਣਦਾ ਵੀ ਸੀ, ਪਰ ਜਦ ਇਕੱਲਾ ਹੁੰਦਾ ਸੀ ਤਾਂ ਅਕਸਰ ਇਹਨਾਂ ਸਵਾਲਾਂ ਨੂੰ ਆਪਣੇ ਜ਼ਿਹਨ ਵਿੱਚ ਰਿੜਕਣ ਲੱਗਦਾ ਸੀ। ਇਸ ਲਈ ਉਹ ਘੰਟਿਆਂ ਬੱਧੀ ਮੌਨ ਤੇ ਆਸ-ਪਾਸ ਤੋਂ ਨਿਰਲੇਪ ਅਵਸਥਾ ਵਿੱਚ ਚਲਾ ਜਾਂਦਾ ਸੀ। ਇਹ ਇੱਕ ਤਰ੍ਹਾਂ ਦੀ ਜਾਗਰਿਤ ਸਮਾਧੀ ਦੀ ਅਵਸਥਾ ਕਹੀ ਜਾਵੇਗੀ। ਇਸ ਤਰ੍ਹਾਂ ਦੀ ਇੱਕ ਘਟਨਾ ਦਾ ਜ਼ਿਕਰ ਸਿੰਪੋਸੀਅਮ ਸਿਰਲੇਖ ਵਾਲੇ ਸੰਵਾਦ ਵਿੱਚ ਆਉਂਦਾ ਹੈ। ਇੱਕ ਵਾਰ ਸੁਕਰਾਤ ਤਿਆਰ ਹੋ ਕੇ ਆਪਣੇ ਇੱਕ ਮਿੱਤਰ ਦੇ ਸੱਦੇ ਤੇ ਉਸਦੇ ਘਰ ਖਾਣੇ ਲਈ ਜਾ ਰਿਹਾ ਸੀ। ਰਾਹ ਵਿੱਚ ਨੌਜਵਾਨ ਐਗਸਤੋਡੈਮਜ਼ ਨੇ ਪੁੱਛਿਆ, "ਕਿੱਥੇ ਜਾ ਰਹੇ ਹੋ?" ਸੁਕਰਾਤ ਨੇ ਆਪਣਾ ਮੰਤਵ ਦੱਸਿਆ ਤੇ ਉਸ ਗੱਭਰੂ ਨੂੰ ਵੀ ਨਾਲ ਹੀ ਲੈ ਲਿਆ। ਜਦੋਂ ਉਹ ਮਿੱਤਰ ਦੇ ਘਰ ਪੁੱਜੇ ਤਾਂ ਸੁਕਰਾਤ ਨੇ ਐਗਸਤੋਡੈਮਜ਼ ਨੂੰ ਅੰਦਰ ਭੇਜ ਦਿੱਤਾ ਤੇ ਆਪ ਸੜਕ ਕਿਨਾਰੇ ਖੜਾ ਹੋ ਗਿਆ। ਕਾਫ਼ੀ ਦੇਰ ਤੱਕ ਜਦੋਂ ਸੁਕਰਾਤ ਅੰਦਰ ਨਹੀਂ ਆਇਆ ਤਾਂ ਉਸਦੇ ਮਿੱਤਰ ਨੇ ਆਪਣੇ ਨੌਕਰ ਨੂੰ ਬਾਹਰ ਭੇਜਿਆ। ਨੌਕਰ ਨੇ ਵਾਪਸ ਜਾ ਕੇ ਸੁਕਰਾਤ ਦੇ ਸਮਾਧੀ ਵਿੱਚ ਖੜੇ ਹੋਣ ਦੀ ਗੱਲ ਦੱਸੀ। ਜਦੋਂ ਆਪਣੇ ਧਿਆਨ ਦੀ ਸਮਾਪਤੀ ਕਰਕੇ ਸੁਕਰਾਤ ਭੋਜਨ ਲਈ ਅੰਦਰ ਆਇਆ ਤਾਂ ਸਮਾਗਮ ਖਤਮ ਹੋ ਚੁੱਕਿਆ ਸੀ। ਇਸੇ ਤਰ੍ਹਾਂ ਦੀ ਇੱਕ ਘਟਨਾ ਪੋਟੇਡੀਆ ਦੇ ਯੁੱਧ ਦੌਰਾਨ ਵੀ ਵਾਪਰੀ। ਉੱਥੇ ਸੁਕਰਾਤ ਇੱਕ ਦਿਨ ਸਵੇਰ ਤੋਂ ਲੈ ਕੇ ਅਗਲੇ ਦਿਨ ਸੂਰਜ ਚੜ੍ਹਨ ਤੱਕ ਲਗਾਤਾਰ ਖੜਾ ਰਿਹਾ। ਉਸਦੇ ਹੈਰਾਨ ਸਾਥੀ ਇਹ ਦੇਖਣ ਲਈ ਆਪਣੇ ਬਿਸਤਰੇ ਦੀ ਬਾਹਰ ਲੈ ਕੇ ਆਏ ਕਿ ਉਹ ਸਾਰੀ ਰਾਤ ਖੜਾ ਰਹੇਗਾ। ਦੂਜੇ ਦਿਨ ਸਵੇਰ ਸੂਰਜ ਚੜ੍ਹਨ ਸਾਰ ਉਹ ਪ੍ਰਾਰਥਨਾ ਕਰਕੇ ਚਲਾ ਗਿਆ। ਇਹ ਘਟਨਾਵਾਂ ਦੱਸਦੀਆਂ ਹਨ ਕਿ ਉਸ ਵਿੱਚ ਬਾਹਰੀ ਅਤੇ ਅੰਦਰੂਨੀ ਹਾਲਾਤ ਸਹਿਣ ਦੀ ਸਮਰੱਥਾ ਬਹੁਤ ਵਿਲੱਖਣ ਸੀ ਤੇ ਉਸ ਨੇ ਆਪਣੇ ਆਪ ਨੂੰ ਇਸ ਯੋਗ ਬਣਾਇਆ ਹੋਇਆ ਸੀ ਕਿ ਉਹ ਲਗਾਤਾਰ ਚਿੰਤਨ ਮਨਨ ਰਹਿ ਸਕੇ, ਕੋਈ ਗੱਲ ਉਸਦਾ ਧਿਆਨ ਭੰਗ ਨਾ ਕਰੇ। ਸੁਕਰਾਤ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਗਿਆਨ ਲਈ ਯਤਨਸ਼ੀਲ ਰਿਹਾ, ਪਰ ਉਸਦਾ ਗਿਆਨ ਬਹੁਤੇ ਵਿਦਵਾਨਾਂ ਵਾਂਗ ਕਥਨ ਦੀ ਪੱਧਰ ਦਾ ਗਿਆਨ ਨਹੀਂ ਸੀ, ਬਲਕਿ ਉਸਨੇ ਗਿਆਨ ਪੈਦਾ ਕਰਨ ਵਾਲੇ ਚਰਿੱਤਰ ਦੇ ਵਿਹਾਰ ਨੂੰ ਆਪਣੇ ਵਿੱਚ ਜਜ਼ਬ ਕੀਤਾ ਹੋਇਆ ਸੀ। 424 ਈਸਾ ਪੂਰਵ ਡੇਲੀਅਮ ਦੀ ਜਗ੍ਹਾ ਤੇ ਸਪਾਰਟਾ ਦੀ ਫੌਜ ਨੇ ਐਥਨ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਫੇਂਜ ਤੇ ਸੁਕਰਾਤ ਹੀ ਅਜਿਹੇ ਦੋ ਸਿਪਾਹੀ ਸਨ ਜਿਹੜੇ ਹੌਸਲੇ ਨਾਲ ਡਟੇ ਰਹੇ। ਸੁਕਰਾਤ ਆਪਣੀ ਜਗ੍ਹਾ ਤੇ ਸਥਿਰ ਹੋ ਕੇ ਡਟਿਆ ਰਿਹਾ ਤੇ ਉਸਨੇ ਹਾਸਿਲ ਕੀਤੇ ਗਿਆਨ ਦੇ ਬਲ ਤੇ ਦ੍ਰਿੜਤਾ ਦਾ ਸਬੂਤ ਦਿੱਤਾ। ਇਸ ਤੋਂ ਬਹੁਤ ਸਾਲਾਂ ਬਾਅਦ ਉਸਦੇ ਮੁਕੱਦਮੇ ਦੌਰਾਨ ਸੁਕਰਾਤ ਨੇ ਬਹੁਤ ਵਿਲੱਖਣ ਤਰ੍ਹਾਂ ਦੇ ਮਨੁੱਖੀ ਆਤਮਿਕ ਬਲ ਦਾ ਪ੍ਰਗਟਾਵਾ ਕੀਤਾ। ਕੋਈ ਵੀ ਦਬਾਅ ਜਾਂ ਭੈ ਐਸਾ ਨਹੀਂ ਸੀ ਜੋ ਉਸਨੂੰ ਉਸਦੇ ਮਾਰਗ ਤੋਂ ਹਟਾ ਸਕੇ। ਇਹ ਸਾਰਾ ਕੁਝ ਉਸ
ਦਾਰਸ਼ਨਿਕ ਗਿਆਨ ਦੇ ਸਦਕਾ ਹੀ ਸੀ ਜੋ ਉਸਨੇ ਆਪਣੇ ਜੀਵਨ ਦੌਰਾਨ ਹਾਸਿਲ ਕੀਤਾ ਸੀ। ਉਸਨੇ ਨਿਰੰਤਰ ਆਪਣੇ ਗਿਆਨ ਵਿੱਚ ਵਾਧਾ ਕੀਤਾ। ਆਪਣੇ ਤੋਂ ਪਹਿਲਾਂ ਤੇ ਚਿੰਤਕਾਂ ਦਾ ਡੂੰਘੀ ਤਰ੍ਹਾਂ ਅਧਿਐਨ ਕਰਕੇ ਦੇਖਿਆ ਕਿ ਉਹਨਾਂ ਨੇ ਗਿਆਨਵਾਨ ਹੋਣ ਦੇ ਕਈ ਪਖੰਡ ਸਿਰਜੇ ਹਨ। ਵਿਸ਼ੇਸ਼ ਕਰਕੇ ਸੋਫਿਸਟਾਂ ਨੇ ਤਾਂ ਗਿਆਨ ਨੂੰ ਸੱਤਾ ਦੀ ਸਮੰਤਰ ਸੱਤਾ ਬਣਾ ਰੱਖਿਆ ਸੀ। ਸੁਕਰਾਤ ਕੋਲ ਆਪਣੀ ਸੂਝ-ਬੂਝ ਸਦਕਾ ਰਾਜਨੇਤਾ ਬਣ ਜਾਣ ਦੇ ਅਥਾਹ ਮੌਕੇ ਸਨ, ਪਰ ਸਿੰਪੋਜ਼ੀਅਮ ਨਾਂ ਦੇ ਸੰਵਾਦ ਵਿੱਚ ਉਹ ਐਲੈਕਵਿਡਾਜ਼ ਨੂੰ ਦੱਸਦਾ ਹੈ ਕਿ ਸੁਪਨੇ ਵਿੱਚ ਹੋਈ ਇੱਕ ਭਾਖਿਆ ਨੇ ਹੀ ਉਸਨੂੰ ਰਾਜਨੀਤੀਵਾਨ ਹੋਣ ਤੋਂ ਰੋਕ ਲਿਆ ਸੀ। 406 ਈਸਾ ਪੂਰਵ ਵਿੱਚ ਸੁਕਰਾਤ ਲੋਕਤੰਤਰੀ ਏਥਨਜ਼ ਦੀ ਸੰਸਦ ਵਿੱਚ ਕੁਝ ਸਮਾਂ ਮੈਂਬਰ ਵੀ ਰਿਹਾ। ਬੋਲ ਨਾਂ ਦੇ ਸਭਾ ਜਨ-ਪ੍ਰਤੀਨਿਧੀਆਂ ਦੁਆਰਾ ਸੰਚਾਲਿਤ ਸੀ ਤੇ ਸ਼ਹਿਰੀਆਂ ਦੀਆਂ ਰੋਜ਼ਾਨਾ ਲੋਕਾਂ ਦੀ ਪੂਰਤੀ ਕਰਨ ਦੇ ਨਾਲ ਨਿਆਂ ਤੇ ਕੁਝ ਮਾਮਲਿਆਂ ਦੀ ਦੇਖ-ਰੇਖ ਵੀ ਕਰਦੀ ਸੀ। ਸੁਕਰਾਤ ਦੇ ਸਾਥੀਆਂ ਨੇ ਸਹਿਮਤੀ ਨਾਲ ਉਸਨੂੰ ਨਿਆਂ ਦੇ ਮਾਮਲਿਆਂ ਵਿੱਚ ਲੋਕ ਪ੍ਰਤੀਨਿਧਤਾ ਲਈ ਚੁਣ ਲਿਆ। ਉਹਨਾਂ ਨੂੰ ਸੁਕਰਾਤ ਦੇ ਅਡਿੱਗ ਸ਼ਖਸੀ ਬਲ ਉੱਪਰ ਬਹੁਤ ਯਕੀਨ ਸੀ। ਇਹ ਉਹੀ ਸਾਲ ਸੀ ਜਦੋਂ ਆਰਗੀਨੁਸੇ ਦਾ ਪ੍ਰਸਿੱਧ ਜੰਗੀ ਮੁਕੱਦਮਾ ਵਿਚਾਰ ਅਧੀਨ ਸੀ। ਸਪਾਰਟਾ ਨਾਲ ਏਥਨਜ਼ ਦਾ ਯੁੱਧ ਲੰਮੇ ਸਮੇਂ ਤੱਕ ਜਾਰੀ ਸੀ। ਏਥਨਜ਼ ਦੇ 8 ਫੌਜੀ ਜਨਰਲਾਂ ਉੱਤੇ ਸੰਸਦ ਵਿੱਚ ਮੁਕੱਦਮਾ ਚੱਲ ਰਿਹਾ ਸੀ। ਦੋਸ਼ ਇਹ ਸੀ ਕਿ ਆਰਗੀਨੁਸੇ ਦੀ ਲੜਾਈ ਦੌਰਾਨ ਇਹ ਫੌਜੀ ਅਧਿਕਾਰੀ ਆਪਣੇ ਜੰਗੀ ਬੇੜੇ ਤੇ ਜੰਗ ਵਿੱਚ ਮਰੇ ਸਿਪਾਹੀਆਂ ਦੀਆਂ ਲਾਸ਼ਾਂ ਮੈਦਾਨ ਵਿੱਚ ਹੀ ਛੱਡ ਕੇ ਭੱਜ ਆਏ ਸਨ। ਆਪਣੀ ਰੱਖਿਆ ਵਿੱਚ ਇਹਨਾਂ ਫੌਜੀ ਜਰਨੈਲਾਂ ਨੇ ਇਹ ਤਰਕ ਦਿੱਤਾ ਕਿ ਉਹ ਸਪਾਰਟਾ ਦੀ ਫੌਜ ਦੇ ਕਬਜ਼ੇ ਵਿੱਚੋਂ ਇੱਕ ਟਾਪੂ ਨੂੰ ਛੁਡਾਉਣ ਲਈ ਹੋਈ ਲੜਾਈ ਜਿੱਤ ਚੁੱਕੇ ਸਨ ਤੇ ਟਾਪੂ ਵੀ ਆਜ਼ਾਦ ਕਰਾ ਲਿਆ ਸੀ। ਪਰ ਇਸ ਤੋਂ ਪਹਿਲਾਂ ਕਿ ਫੌਜ ਆਪਣਾ ਸਮਾਨ ਸਾਂਭ ਸਕਦੀ, ਇੱਕ ਭਿਆਨਕ ਤੂਫਾਨ ਆਇਆ ਤੇ ਸੈਂਕੜੇ ਸਿਪਾਹੀ ਜੋ ਐਥਨਜ਼ ਦੇ ਸਧਾਰਨ ਨਾਗਰਿਕ ਸਨ, ਉਸ ਤੂਫਾਨ ਵਿੱਚ ਮਾਰੇ ਗਏ। ਇੱਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲ ਸਕੀਆਂ। ਐਥਨਜ਼ ਦੇ ਨਾਗਰਿਕ ਇਸ ਕਾਇਰਤਾਪੂਰਨ ਕਾਰਵਾਈ ਲਈ ਬਹੁਤ ਨਾਰਾਜ਼ ਸਨ ਤੇ ਬਹੁਤ ਫੌਜੀਆਂ ਦੇ ਰਿਸ਼ਤੇਦਾਰ ਆਪਣੇ ਪਿਆਰਿਆਂ ਦੀ ਅੰਤਿਮ ਸੰਸਕਾਰ ਨਾ ਕਰ ਪਾਉਣ ਤੇ ਗੁੱਸੇ ਵਿੱਚ ਸਨ। ਇਸ ਘਟਨਾ ਨੂੰ 8 ਫੌਜੀ ਜਰਨੈਲਾਂ ਦੀ ਲਾਪਰਵਾਹੀ ਮੰਨਿਆ ਗਿਆ ਤੇ ਉਹਨਾਂ ਉੱਪਰ ਮੁਕੱਦਮਾ ਚਲਾ ਕੇ ਦੋਸ਼ ਤੈਅ ਕੀਤੇ ਗਏ ਅਤੇ 6 ਜਰਨੈਲਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਸੁਕਰਾਤ ਨੇ ਇਹ ਸਜ਼ਾ ਦਾ ਵਿਰੋਧ ਕੀਤਾ। ਏਥਨਜ਼ ਦੇ ਸੰਵਿਧਾਨਿਕ ਪ੍ਰਣਾਲੀ ਅਨੁਸਾਰ ਇੱਕੋ ਅਪਰਾਧ ਦੇ ਕਈ ਦੋਸ਼ੀਆਂ ਉੱਪਰ ਅੱਡ-ਅੱਡ ਮੁਕੱਦਮੇ ਚਲਾਇਆ ਜਾ ਸਕਦਾ ਸੀ। ਸੁਕਰਾਤ ਨੇ ਇਹਨਾਂ ਸਾਰਿਆਂ ਨੂੰ ਨਿਆਂ ਦੇ ਇੱਕੋ ਰੱਸੇ ਬੰਨ੍ਹ ਕੇ ਢਾਹੇ ਲਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੁਕਰਾਤ ਉਸ ਸਮੇਂ 500 ਜਣਿਆਂ ਦੀ ਉਸ ਸੰਸਦ ਸਭਾ ਦੇ ਮੈਂਬਰ ਸਨ, ਜਿਸ ਵਿੱਚ 10 ਜਾਤੀਆਂ ਵਿੱਚੋਂ ਪ੍ਰਤੀ ਜਾਤੀ 50 ਨੁਮਾਇੰਦੇ ਚੁਣੇ ਜਾਂਦੇ ਸਨ। ਉਸ ਸੰਸਦ ਦੇ ਨਿਯਮਾਂ ਅਨੁਸਾਰ ਹਰ ਜਾਤੀ ਦੇ 10 ਜਣੇ 35-35 ਦਿਨਾਂ ਦੇ ਵਕਫੇ ਲਈ ਵਾਰੀ-ਵਾਰੀ ਇਸ ਸਭਾ ਦੇ ਪੰਚ ਬਣਦੇ ਸਨ ਤੇ ਇਹਨਾਂ 10 ਵਿੱਚੋਂ ਹੀ ਕੋਈ ਇੱਕ ਜਣਾ ਇੱਕ ਹਫ਼ਤੇ ਲਈ ਆਗੂ ਚੁਣਿਆ ਜਾਂਦਾ ਸੀ। ਇਹਨਾਂ 10 ਵਿੱਚੋਂ ਹੀ ਕੋਈ ਇੱਕ ਜਣਾ ਇੱਕ ਦਿਨ ਲਈ ਪ੍ਰਵਕਤਾ ਵੀ ਬਣਦਾ ਸੀ। ਜਿਸ ਦਿਨ ਸੁਕਰਾਤ ਆਪਣੀ ਜਾਤੀ ਦੇ ਚੁਣੇ ਗਏ 10 ਜਣਿਆਂ ਦਾ ਪ੍ਰਵਕਤਾ ਬਣਿਆ ਤਾਂ ਉਸਨੇ ਇਸ ਫੈਸਲੇ ਨੂੰ ਨਿਆਂ ਵਿਰੋਧੀ ਜਾਣਿਆ ਤੇ ਇਸ ਸੰਬੰਧੀ ਕਿਸੇ ਵੀ ਮਸ਼ਵਰੇ ਤੋਂ ਨਾਂਹ ਕਰ ਦਿੱਤੀ। ਸਾਥੀਆਂ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੇ ਫੈਸਲੇ ਤੇ ਅਟਲ ਰਿਹਾ ਤੇ ਉਹਨੇ ਕਿਸੇ ਵੀ ਹਾਲਾਤ ਵਿੱਚ ਸੱਚ ਤੋਂ ਅਡਿੱਗ ਰਹਿਣ ਤੇ ਪ੍ਰਸਤਾਵ ਦਾ ਹਿੱਸਾ ਨਾ ਬਣਨ ਦਾ ਫੈਸਲਾ ਕੀਤਾ। ਅਗਲੇ ਦਿਨ ਕੋਈ ਕਮਜ਼ੋਰ ਆਦਮੀ ਪ੍ਰਵਕਤਾ ਬਣਿਆ ਤੇ ਸੰਸਦ ਨੇ ਫੌਜੀ ਜਰਨੈਲਾਂ ਵਿਰੁੱਧ ਸਜ਼ਾ ਦਾ ਪ੍ਰਸਤਾਵ ਪਾਸ ਕਰ ਦਿੱਤਾ। 2 ਸਾਲ ਬਾਅਦ ਹੀ ਸਪਾਰਟਾ ਤੇ ਐਥਨਜ਼ ਦਾ ਵਧੇਰੇ ਰਾਜ ਫਿਰ ਤੋਂ ਜਿੱਤ ਲਿਆ। ਇਸ ਨਾਲ ਏਥਨਜ਼ ਦਾ ਕਮਜ਼ੋਰ ਲੋਕਤੰਤਰ ਖਾਤਮੇ ਦੇ ਕੰਢੇ ਪੁੱਜ ਗਿਆ। ਸੰਸਦ ਨੂੰ ਭੰਗ ਕਰ ਦਿੱਤਾ ਗਿਆ ਤੇ ਸ਼ਾਸਨ ਪ੍ਰਬੰਧ 30 ਜ਼ਾਲਮ ਜਿਹੇ ਅਧਿਕਾਰੀਆਂ ਦੇ ਸੰਗਠਨ ਕੋਲ ਆ ਗਿਆ। 30 ਜਣਿਆਂ ਦੀ ਇਸ ਪਰਿਸ਼ਦ ਵਿੱਚ ਸ਼ਹਿਰ ਦੇ ਸਾਰੇ ਅਮੀਰ ਸਨ, ਜਿਨ੍ਹਾਂ ਨੂੰ ਲੋਕਾਂ ਦੀ ਜਾਨ ਤੋਂ ਜ਼ਿਆਦਾ ਆਪਣੀ ਸੰਪੱਤੀ ਦੀ ਚਿੰਤਾ ਸੀ। ਉਸ ਸਮੇਂ ਤੱਕ ਜੰਗ ਦੀ ਭਿਆਨਕਤਾ ਦਾ ਐਸਾ ਰੂਪ ਸਾਹਮਣੇ ਆ ਗਿਆ ਸੀ ਕਿ ਏਥਨਜ਼ ਸ਼ਹਿਰ ਦੇ ਚਾਰੇ ਪਾਸੇ ਖੜੀ ਕੰਧ ਤਬਾਹ ਕਰ ਦਿੱਤੀ ਗਈ ਸੀ। ਕ੍ਰਿਤੀਆਸ ਦੀ ਤਜਵੀਜ਼ ਦੇ
ਜਿਨ੍ਹਾਂ 30 ਵਿਅਕਤੀਆਂ ਦੀ ਪਰਿਸ਼ਦ ਦਾ ਗਠਨ ਕੀਤਾ ਗਿਆ ਸੀ, ਉਹ ਆਪਣੇ ਦੁਸ਼ਮਣਾਂ ਦਾ ਖਾਤਮਾ ਕਰਨ ਲਈ ਵੀ ਬਹੁਤ ਕਾਹਲ ਵਿੱਚ ਸੀ। ਉਹ ਇਹ ਹੀ ਚਾਹੁੰਦੇ ਸਨ ਕਿ ਇਹ ਕੰਮ ਅਜਿਹੇ ਲੋਕਾਂ ਤੋਂ ਕਰਵਾਇਆ ਜਾਵੇ ਜਿਨ੍ਹਾਂ ਦੀ ਲੋਕਾਂ ਵਿੱਚ ਡੂੰਘੀ ਪੈਂਠ ਹੋਵੇ, ਤਾਂ ਕਿ ਇਹ ਸਭ ਕੁਝ ਵਧੇਰੇ ਤਰਕ ਸੰਗਤ ਜਾਪੇ। ਉਹਨਾਂ ਦਿਨਾਂ ਵਿੱਚ ਲਿਓਨ ਨਾਮ ਦਾ ਇੱਕ ਵਿਅਕਤੀ ਸ਼ਰੇਆਮ ਲੋਕਾਂ ਦੇ ਇਕੱਠ ਵਿੱਚ ਇਸ ਲੰਮੀ ਜੰਗਲੀ ਮੀਰਾਂ ਅਤੇ ਕ੍ਰਿਤੀਆਸ ਨੂੰ ਜ਼ਿੰਮੇਵਾਰ ਕਹਿੰਦਾ ਸੀ। ਲੋਕ ਉਸਦੇ ਵਿਚਾਰ ਸੁਣ ਵੀ ਰਹੇ ਸਨ ਤੇ ਉਹਨਾਂ ਤੇ ਅਸਰ ਵੀ ਹੋ ਰਿਹਾ ਸੀ। ਨਵੇਂ ਬਣੇ ਅਮੀਰ ਸੰਸਦ ਮੈਂਬਰਾਂ ਨੂੰ ਡਰ ਸੀ ਕਿ ਲਿਓਨ ਲੋਕਾਂ ਵਿੱਚ ਫੈਲੇ ਅਸੰਤੋਖ ਨੂੰ ਹੋਰ ਵਧਾ ਦੇਵੇਗਾ ਤੇ ਖਾਨਾਜੰਗੀ ਦੇ ਹਾਲਾਤ ਵੀ ਪੈਦਾ ਹੋ ਸਕਦੇ ਹਨ। ਉਹਨਾਂ ਨੇ ਸੁਕਰਾਤ ਤੇ 4 ਹੋਰ ਜਣਿਆਂ ਨੂੰ ਕਿਹਾ ਕਿ ਉਹ ਜਾਣ ਅਤੇ ਲਿਓਨ ਨੂੰ ਗ੍ਰਿਫਤਾਰ ਕਰਕੇ ਲਿਆਉਣ ਤਾਂ ਜੋ ਉਹਨਾਂ ਨੂੰ ਬਣਦਾ ਦੰਡ ਦਿੱਤਾ ਜਾਵੇ। ਬਾਕੀ ਦੇ 4 ਜਣੇ ਇਸ ਲਈ ਤਿਆਰ ਹੋ ਗਏ, ਪਰ ਸੁਕਰਾਤ ਨੇ ਇਸ ਨਿੱਜੀ ਬਦਲਾਖੋਰੀ ਦਾ ਹਿੱਸਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਸਾਫ਼ ਸ਼ਬਦਾਂ ਵਿੱਚ ਕਿਹਾ, ਜਿਹੜੇ ਵੀ ਕੰਮ ਕਰਨ ਦੀ ਗਵਾਹੀ ਮੇਰੀ ਆਤਮਾ ਮੈਨੂੰ ਨਹੀਂ ਦਿੰਦੀ, ਉਹ ਹਰਗਿਜ਼ ਨਹੀਂ ਕਰਾਂਗਾ। ਇਹ ਪਹਿਲੀ ਵਾਰ ਸੀ ਜਦੋਂ ਸੁਕਰਾਤ ਦੇ ਸ਼ਬਦ ਕ੍ਰਿਤੀਆਸ ਦੇ ਹੁਕਮਾਂ ਦੇ ਵਿਰੁੱਧ ਗਏ ਸਨ। ਕ੍ਰਿਤੀਆਸ ਉਹਨਾਂ 30 ਜ਼ਾਲਮਾਂ ਦੇ ਸੰਗਠਨ ਦਾ ਮੋਹਰੀ ਤੇ ਸਭ ਤੋਂ ਹਿੰਸਕ ਰਾਜਨੀਤੀਵਾਨ ਸੀ। ਉਹ ਪਲੇਟੋ ਦੀ ਮਾਂ ਦਾ ਚਚੇਰਾ ਭਰਾ ਸੀ ਤੇ ਸੁਕਰਾਤ ਦਾ ਨੇੜਤਾ ਵਿੱਚ ਹੀ ਰਿਹਾ ਸੀ। ਕਿਸੇ ਸਮੇਂ ਉਸ ਦੇ ਲੇਖਕ ਬਣਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ। ਪਲੇਟੋ ਦੇ ਸੰਵਾਦਾਂ ਪ੍ਰੋਟਾਗੋਰਸ ਵਿੱਚ ਉਹ ਇੱਕ ਪਾਤਰ ਹੈ। ਜਦੋਂ ਸੁਕਰਾਤ ਨੇ ਉਸਦੇ ਕੁਕਰਮਾਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਮੱਚ ਗਿਆ, ਪਰ ਸੁਕਰਾਤ ਨੇ ਆਪਣੀ ਦ੍ਰਿੜਤਾ ਤੇ ਆਤਮਿਕ ਮਜ਼ਬੂਤੀ ਦਾ ਸਬੂਤ ਦਿੱਤਾ। ਇਸ ਤੋਂ ਬਾਅਦ ਉਹ ਐਥਨ ਦੇ ਲੋਕਾਂ ਅਤੇ ਆਪਣੇ ਨੌਜਵਾਨ ਉਪਾਸਕਾਂ ਸਾਹਮਣੇ ਕ੍ਰਿਤੀਆਸ ਦੇ ਕੰਮਾਂ ਦਾ ਸਿੱਧਾ ਵਿਰੋਧ ਕਰਨ ਲੱਗਾ। ਨਾਲ ਹੀ ਉਸਨੇ 30 ਰਾਜ ਅਧਿਕਾਰੀਆਂ ਨੂੰ ਐਥਨ ਦੇ ਜਨਤੰਤਰ ਦਾ ਕਤਲ ਕਰਨ ਵਾਲੇ 30 ਤਾਨਾਸ਼ਾਹ ਕਿਹਾ। ਸੁਕਰਾਤ ਦੀ ਨਿਡਰਤਾ ਦਾ ਆਲਮ ਇਹ ਸੀ ਕਿ ਉਹ 30 ਤਾਨਾਸ਼ਾਹ ਨੂੰ ਸਪਾਰਟਾ ਵਿੱਚ ਰੱਖਿਆ ਸਪਾਰਟਾ ਪੱਖੀ ਕਿਹਾ ਕਰਦਾ ਸੀ। ਤਰਕ ਅਤੇ ਸੰਵਾਦ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਸੁਕਰਾਤ ਹਥਿਆਰ ਦੇ ਸਿਰ ਤੇ ਰਾਜ ਕਰਨ ਵਾਲੇ ਸ਼ਾਸਕਾਂ ਦਾ ਕੱਟੜ ਵਿਰੋਧੀ ਬਣ ਗਿਆ। ਇਹਨਾਂ 30 ਲੋਕਾਂ ਦੀ ਪਰਿਸ਼ਦ ਨੇ 1500 ਤੋਂ ਵਧੇਰੇ ਲੋਕਾਂ ਨੂੰ ਬਿਨਾਂ ਮੁਕੱਦਮੇ ਚਲਾਏ ਖਤਮ ਕਰ ਦਿੱਤਾ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕਤੰਤਰ ਦੀ ਬਹਾਲੀ ਦੇ ਹਮਾਇਤੀਆਂ ਦੀ ਸੀ। ਪਲੇਟੋ ਦੇ ਇੱਕ ਸੰਵਾਦ ਵਿੱਚ ਸੁਕਰਾਤ ਇਹਨਾਂ 30 ਜਣਿਆਂ ਨੂੰ ਐਥਨ ਦੇ ਇਤਿਹਾਸ ਦਾ ਪੁੱਠਾ ਗੇੜਾ ਦੇਣ ਵਾਲੇ ਲੋਕ ਕਹਿੰਦਾ ਹੈ। ਪਲੇਟੋ ਦੇ ਸੰਵਾਦ ਪ੍ਰੋਟਾਗੋਰਸ ਵਿੱਚ ਸੁਕਰਾਤ ਬਹੁਤ ਘੱਟ ਬੋਲਦਾ ਹੈ ਤੇ ਗੰਭੀਰ ਗੱਲਾਂ ਕਰਦਾ ਹੈ। ਉਹ ਅੰਦੇਸ਼ਾ ਪ੍ਰਗਟ ਕਰਦਾ ਹੈ ਕਿ ਐਥਨ ਦੇ ਲੋਕਾਂ ਨੇ ਨਿੱਜੀ ਰਾਜ ਵਿਰੁੱਧ ਲੰਮਾ ਸੰਘਰਸ਼ ਕਰਕੇ ਲੋਕਤੰਤਰ ਜਿੱਤਿਆ ਸੀ। ਹੁਣ ਫਿਰ ਨਿੱਜੀ ਭਾਂਤ ਦੇ ਰਾਜ ਦੀ ਸਥਾਪਤੀ ਦੀ ਕੋਸ਼ਿਸ਼ ਹੈ। ਇਹ ਭਵਿੱਖ ਨੂੰ ਅਤੀਤ ਦੀ ਨ੍ਹੇਰੀ ਗਾਰ ਵੱਲ ਲਿਜਾਣ ਦੀ ਕੋਝੀ ਰੁਚੀ ਹੈ। ਇੰਜ ਸੁਕਰਾਤ ਦਾ ਹਰ ਲਿਹਾਜ਼ ਨਾਲ ਆਪਣੇ ਗਿਆਨ ਨੂੰ ਵਿਹਾਰਕ ਰੂਪ ਵਿੱਚ ਜੀਵਿਤ ਰੱਖਣ ਵਾਲਾ ਦਾਰਸ਼ਨਿਕ ਸੀ। ਪਲੇਟੋ ਆਪਣੇ ਸੰਵਾਦ ਸਿੰਪੋਜ਼ੀਅਮ ਵਿੱਚ ਉਸਦੇ ਗੁਣਾਂ ਬਾਰੇ ਗੱਲ ਕਰਦਾ ਹੈ। ਹਰ ਕਿਸੇ ਵਿੱਚ ਕੁਝ ਗੁਣ ਜ਼ਰੂਰ ਮਿਲਦੇ ਹਨ, ਪਰ ਸੁਕਰਾਤ ਵਿੱਚ ਉਹ ਸਾਰੇ ਇਕੱਠਿਆਂ ਹੀ ਦਿਖਾਈ ਦਿੰਦੇ ਹਨ। ਉਸਦਾ ਸਭ ਤੋਂ ਵੱਡਾ ਗੁਣ ਤਾਂ ਇਹੀ ਹੈ ਕਿ ਉਸਦੇ ਵਰਗਾ ਕੋਈ ਪੁਰਾਤਨ ਸਮੇਂ ਵਿੱਚ ਸੀ ਨਾ ਮੌਜੂਦ ਸਮੇਂ ਵਿੱਚ ਹੈ। ਅਰਿਸਤੋਫੇਨਸ ਨੇ ਆਪਣੇ ਨਾਟਕ ਕਲਾਉਡੀਅਸ ਵਿੱਚ ਸੁਕਰਾਤ ਦੀ ਪਾਤਰ ਦੇ ਰੂਪ ਵਿੱਚ ਖਿੱਲੀ ਉਡਾਈ। ਉਸ ਵੱਲੋਂ ਸੁਕਰਾਤ ਦਾ ਬਿੰਬ ਇੰਨਾ ਦੂਸ਼ਿਤ ਕਰ ਦਿੱਤਾ ਗਿਆ ਕਿ ਉਹ ਗੱਲਾਂ ਸੁਕਰਾਤ ਨਾਲ ਪੱਕੇ ਤੌਰ ਤੇ ਅਜੇ ਵੀ ਜੁੜੀਆਂ ਹੋਈਆਂ ਹਨ। ਸੁਕਰਾਤ ਵਿੱਚ ਸਹਿਣਸ਼ੀਲਤਾ ਇੰਨੀ ਸੀ ਕਿ ਉਸਨੇ ਫਿਰ ਵੀ ਅਰਿਸਤੋਫੇਨਸ ਦਾ ਬੁਰਾ ਨਹੀਂ ਮਨਾਇਆ ਤੇ ਦੋਵੇਂ ਪਹਿਲਾਂ ਵਾਂਗ ਹੀ ਮਿੱਤਰ ਬਣੇ ਰਹੇ। ਇਹਨਾਂ ਗੁਣਾਂ ਵਾਲਾ ਦਾਰਸ਼ਨਿਕ ਮਹਾਨਤਾ ਦਾ ਸਿਖਰ ਛੂਹ ਚੁੱਕਾ ਦਰਵੇਸ਼ ਸੁਕਰਾਤ ਆਪਣੇ ਚਿੰਤਨ ਨਾਲ ਯੂਨਾਨ ਦਾ ਹੀ ਨਹੀਂ, ਸਾਰੀ ਦੁਨੀਆ ਦਾ ਰਾਹ ਦਸ਼ੇਰਾ ਬਣਿਆ ਹੋਇਆ ਹੈ। ਪਲੇਟੋ ਨੇ ਠੀਕ ਹੀ ਕਿਹਾ ਸੀ, ਮੈਂ ਯੂਨਾਨੀ ਜੰਮਿਆ, ਅਗਿਆਨੀ ਨਹੀਂ। ਪੁਰਸ਼ ਵਜੋਂ ਜੰਮਿਆ, ਔਰਤ ਵਜੋਂ ਨਹੀਂ। ਆਜ਼ਾਦ ਜੰਮਿਆ, ਗੁਲਾਮ ਨਹੀਂ। ਪਰ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਸੁਕਰਾਤ ਦੇ ਯੁੱਗ ਵਿੱਚ ਜੰਮਿਆ।